ਜਦੋਂ ਇੱਕ NRI ਮੁਲਕ ਆਪਦੇ ਵਾਪਸ ਆਉਂਦਾ ਇੱਥੋਂ ਜਦੋਂ ਵਾਪਸ ਜਾਂਦਾ ਉੱਥੇ ਜਾ ਕੇ ਕਹਿੰਦਾ ਪੰਜਾਬ 'ਚ ਬਹੁਤ ਮਾੜਾ ਹਾਲ ਹੈ, ਬਹੁਤ ਮਾੜਾ ਹਾਲ ਹੈ। ਪੰਜਾਬ 'ਚ ਮਾੜਾ ਹਾਲ ਹੈ। ਇਹ ਜਿਹੜਾ ਨੈਰੇਟਿਵ ਹੈਗਾ ਇਹ ਜਾਣ ਬੁੱਝ ਕੇ ਕੁਝ ਲੋਕਾਂ ਨਾਲ ਆਈ ਥਿੰਕ ਉਹਦੇ ਵਿੱਚ ਅਨਫੋਰਚੂਨੇਟਲੀ ਤੁਹਾਡੇ ਮੀਡੀਆ ਦਾ ਵੀ ਕਾਫੀ ਰੋਲ ਹੈਗਾ। ਖਾਲਿਸਤਾਨ ਨਾਂ ਦਾ ਕੁਝ ਹੈ ਇੱਥੇ? ਆਈ ਡਿਡ ਨਾਟ ਸੀ ਐਨੀਥਿੰਗ ਔਨ ਗਰਾਊਂਡ। ਮੈਨੂੰ ਇਹ ਲੱਗਦਾ ਤੁਸੀਂ ਉਹਨੂੰ ਪ੍ਰਮੋਟ ਕਰਦੇ ਕਿਉਂ ਲਿਖ ਕੇ ਆਲੂ ਕੀ ਖਾਲਿਸਤਾਨ ਦੇ ਨਾਂ ਤੇ ਪ੍ਰੋਟੈਸਟ ਕਰਨਾ ਕੋਈ ਮਾੜੀ ਗੱਲ ਨਹੀਂ ਹੈਗੀ ਕਿਉਂ ਤੁਹਾਡੇ ਕੋਲ ਫਰੀडम ਆਫ ਸਪੀਚ ਹੈਗੀ ਕਿਸੇ ਵੀ ਕੰਟਰੀ ਦੇ ਵਿੱਚ ਚਾਹੇ UK ਹੈਗੀ ਹੋ, ਕੈਨੇਡਾ ਹੈਗੀ ਹੋ, ਅਮਰੀਕਾ ਹੈਗਾ, ਖੁੱਲ੍ਹ ਕੇ ਕਰਨੀ ਚਾਹੀਦੀ ਹੈਗੀ ਹੈ। ਪਰ ਮੇਰਾ ਇਸ਼ੂ ਇਹ ਹੈਗਾ ਵੀ ਜਦੋਂ ਤੁਸੀਂ ਖਾਲਿਸਤਾਨ ਦੇ ਨਾਂ ਦੇ ਉੱਤੇ ਤੁਸੀਂ ਗੁੰਡਾਗਰਦੀ ਕਰਦੇ ਹੈਗੇ। ਗੁੰਡਾਗਰਦੀ ਕਰਦੇ ਜਾਂ ਗੁੰਡਾਗਰਦੀ ਕਰਵਾਈ ਜਾ ਰਹੀ ਹੈ? ਅਮਰਪਾਲ ਤੇ NSA ਲੱਗਿਆ ਜਾਰੀ। ਮੈਂ ਇਸ ਚੀਜ਼ ਦੇ ਨਾਲ ਐਗਰੀ ਨਹੀਂ ਕਰਦਾ ਹੈਗਾ। ਅਮਰਪਾਲ ਵਾਲੇ ਸਵਾਲ ਵਿੱਚ ਪੋਲੀਟੀਕਲ ਅਸਾਈਲਮ ਵਾਲਾ ਸਵਾਲ ਹੈ ਕਿਹੜੀ ਕੰਟਰੀ ਤੋਂ? ਉਸ ਦਾ UK ਤੋਂ ਕੀਤੀ ਤੁਸੀਂ ਜੇ ਕੀਤੀ ਹੋਵੇ ਅਮਰਪਾਲ ਨੇ ਹਾਂਜੀ ਹਾਂਜੀ ਸੁਖੀ ਚੈਲ ਸਪੋਰਟ ਕਰਦੇ। SCPC ਜਦੋਂ ਇਹ ਗੱਲ ਕਹਿੰਦੇ ਆ ਕਿ RSS ਪੈਨੀਟ੍ਰੇਟ ਕਰਦੀ ਪਈ ਹੈ ਸਾਡੇ ਰਿਲੀਜਨ ਵਿੱਚ, ਉਦੋਂ ਤੁਹਾਡਾ ਪੁਆਇੰਟ ਆਫ ਵਿਊ ਇੱਦਾਂ ਦੇ ਬਿਆਨ ਉਹਦੀ ਆਉਂਦੇ ਹੁੰਦੇ ਹੈਗੇ ਨੇ। ਪੰਥ ਵੀ ਖਤਰੇ 'ਚ ਉਦੋਂ ਆਉਂਦਾ ਹੁੰਦਾ ਹੈਗਾ ਜਦੋਂ ਅਕਾਲੀ ਦਲ ਪਾਵਰ ਤੋਂ ਬਾਹਰ ਆਉਂਦਾ ਹੁੰਦਾ ਹੈਗਾ। ਜਦੋਂ ਉਹ ਪਾਵਰ 'ਚ ਆਉਂਦੇ ਹੈਗੇ ਨੇ ਸਾਰਾ ਕੁਝ ਠੀਕ ਹੁੰਦਾ ਹੈ। ਪਰ SGPC ਬਹੁਤ ਕੁਰਬਾਨੀਆਂ ਦੇ ਕੇ ਇੱਥੋਂ ਤੱਕ ਪਹੁੰਚੀ। ਬਿਲਕੁਲ ਤੁਸੀਂ ਉਹਨਾਂ ਦੇ 100 ਸਾਲ ਤੇ RSS ਦੇ 100 ਸਾਲ ਨੂੰ ਇੱਕ ਬਰਾਬਰ ਮੰਨਦੇ ਹੋ? ਜਿੰਨੀ ਪ੍ਰੋਗਰੈਸ ਜਿੰਨੀ ਸਿੱਖ ਕਮਿਊਨਿਟੀ ਨੇ ਪ੍ਰੋਗਰੈਸ ਬਾਹਰ ਦੇ ਲੋਕਾਂ ਦੇ ਨਾਲ ਬਾਹਰਲੇ ਮੁਲਕਾਂ 'ਚ ਵੀ ਕਰੀ ਹੈਗੀ ਹੈ, ਸਾਡੇ ਦੇ ਵਿੱਚ ਇਦਾਂ ਦੀ ਕੀ ਕਮੀ ਹੈਗੀ ਹੈ ਜਿਹੜੇ ਬਾਹਰ ਸਾਡੇ ਉੱਥੇ ਇੰਨੀ ਜ਼ਿਆਦਾ ਉੱਥੇ ਪ੍ਰੋਗਰੈਸ ਹੋ ਰਹੀ ਹੈਗੀ ਹੈ। SGPC ਦੇ ਕੋਲ ਇੱਕ ਚੈਨਲ ਤੱਕ ਨਹੀਂ ਹੈਗਾ। ਕਿਹੜਾ ਇਹ ਗੱਲ ਕਹਿੰਦੇ ਆ ਕਿ ਵੀਰਪਾਲ ਦਿਵਸ ਸਾਨੂੰ ਕਿਉਂ ਦੇਤਾ? ਸਾਹਿਬਜ਼ਾਦਿਆਂ ਦੀ ਹਿਸਟਰੀ ਜਿਹੜੀ ਹੈਗੀ ਸੀ ਹੁਣ ਤੱਕ ਜਿਹੜੀ ਹੈਗੀ ਸੀ ਪੰਜਾਬ ਦੇ ਤੱਕ ਲਿਮਟਿਡ ਹੈਗੀ ਸੀ। ਹੁਣ ਹਿੰਦੁਸਤਾਨ ਦੇ ਹਰ ਇੱਕ ਸਕੂਲ ਦੇ ਵਿੱਚ ਪੜ੍ਹਾਈ ਜਾ ਰਹੀ ਹੈਗੀ ਹੈ। ਕੀ ਉਹ ਮਾੜੀ ਗੱਲ ਹੈਗੀ ਹੈ? ਇਹ ਦੋ ਇਸ਼ੂ ਬਹੁਤ ਵੱਡੇ ਥੋਪੇ ਜਾ ਰਹੇ, ਇੱਕ ਧਰਮ ਪਰਿਵਰਤਨ ਦਾ ਤੇ ਇੱਕ ਖਾਲਿਸਤਾਨ। ਹਾਂਜੀ, ਉਹ ਕਿਉਂ ਥੋਪੇ ਜਾ ਰਹੇ? ਉਹ ਦੇਖੋ ਖਾਲਿਸਤਾਨ ਦਾ ਰੌਲਾ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਜ਼ਿਆਦਾ ਪੈ ਰਿਹਾ ਹੈਗਾ ਪਰ ਗਰਾਊਂਡ ਰਿਐਲਿਟੀ ਨਹੀਂ ਹੈਗੀ। ਇਹ ਪੰਜਾਬ 'ਚ ਸ਼ਬਦ ਹੈ ਆਪੇ ਬਣਿਆ ਪ੍ਰਧਾਨ। ਤੁਸੀਂ ਆਪੇ ਬਣੇ ਆਲੋਕੀ ਤੇ ਇੱਕ ਮਿਆਦ ਹੁੰਦੀ ਹੈ, ਕਿੰਨੇ ਸਾਲ ਰਹੋਗੇ ਆਲੋਕੀ ਖਾਲਿਸਤਾਨ? ਦੇਖੋ ਖਾਲਿਸਤਾਨ ਦੇ ਮੁੱਦੇ ਦੇ ਉੱਤੇ ਸਿੱਖਾਂ ਦੀ ਐਕਸਪਲੋਇਟੇਸ਼ਨ ਨਹੀਂ ਬਰਦਾਸ਼ਤ ਕਰ ਸਕਦੇ ਹੈਗੇ ਔਰ ਉਸ ਚੀਜ਼ ਦੇ ਉੱਤੇ ਪਹਿਰਾ ਦੇਵਾਂਗੇ, ਠੋਕ ਕੇ ਦੇਵਾਂਗੇ। ਜਸ ਟੀਵੀ ਦੇਖ ਰਹੇ ਹੋ ਤੁਸੀਂ, ਮੈਂ KP ਸਿੰਘ ਵਿਊ ਪੁਆਇੰਟ ਵਿੱਚ ਤੁਹਾਡਾ ਸਭ ਦਾ ਸਵਾਗਤ ਕਰਦਾ ਹਾਂ। ਅੱਜ ਸਾਡੇ ਨਾਲ ਬਹੁਤ ਹੀ ਖਾਸ ਮਹਿਮਾਨ ਮੌਜੂਦ ਆ ਜਿਹੜੇ ਅਮਰੀਕਾ ਤੋਂ ਆਏ ਨੇ। 30 ਸਾਲ ਹੋ ਗਏ ਉਹਨਾਂ ਨੂੰ ਅਮਰੀਕਾ 'ਚ ਰਹਿੰਦੇ ਆ, 20 ਸਾਲ ਤੋਂ ਉੱਥੇ ਸਿਟੀਜ਼ਨ ਹੈ ਤੇ ਉਹਨਾਂ ਦੀ ਇੱਕ ਖਾਸ ਲਾਈਨ ਹੈ ਜਿਹੜੀ ਟਵਿੱਟਰ ਹੈਂਡਲ 'ਤੇ ਲਿਖੀ ਹੋਈ ਹੈ ਤੇ ਮੈਨੂੰ ਇਸ ਕਰਕੇ ਉਹਨਾਂ ਨੂੰ ਸੱਦਣਾ ਪਿਆ। ਉਹ ਖਾਲਿਸਤਾਨ ਦੇ LOP ਹੈ, ਪਤਾ ਨਹੀਂ ਕਿਹੜੀ ਝੰਡੀ ਵਾਲੀ ਗੱਡੀ ਲੈ ਕੇ ਆਏ ਕਿ ਜਹਾਜ਼ 'ਚ ਆਏ, ਮੈਨੂੰ ਨਹੀਂ ਪਤਾ, ਪੁੱਛੂੰਗਾ। ਸੁਖਜੀਤ ਸਿੰਘ ਸੁਖੀ ਚੈਲ, ਬਹੁਤ ਸਵਾਗਤ ਹੈ ਸਰ ਤੁਹਾਡਾ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਸਹੀ ਕਿਹਾ LOP ਖਾਲਿਸਤਾਨ? ਬਿਲਕੁਲ ਜੀ, ਉੱਥੇ ਕੋਈ ਪ੍ਰੈਜ਼ੀਡੈਂਟ ਵੀ ਬਣੇ ਫਿਰਦੇ ਹੈਗੇ ਸੀਗੇ ਤੇ ਅਸੀਂ ਜੇ LOP ਲਿਖ ਲਿਆ ਹੈਗਾ ਤੇ ਸਾਡੀ ਝੰਡੀ ਵਾਲੀ ਉਹ ਉਸ ਤੋਂ ਕਾਰ ਤੋਂ ਤਾਂ ਮੇਰੇ ਖਿਆਲ ਕੋਈ ਪਰੇਸ਼ਾਨੀ ਨਹੀਂ ਹੋਣੀ ਚਾਹੀਦੀ। ਝੰਡੀ ਵਾਲੀ ਕਾਰ ਮਿਲੀ ਵੀ ਤੁਹਾਨੂੰ? ਨਹੀਂ, ਕੁਛ ਨਹੀਂ ਮਿਲਿਆ ਜੀ। ਤੁਸੀਂ ਆਏ ਜਹਾਜ਼ 'ਤੇ ਹੋ ਜਾਂ ਗੱਡੀ 'ਤੇ ਆਏ ਹੋ? ਨਹੀਂ, ਫਿਲਹਾਲ ਜਹਾਜ਼ 'ਤੇ ਆਉਣਾ ਪੈਂਦਾ ਜੀ। ਇੱਥੇ ਫਿਰ ਤੁਹਾਨੂੰ ਝੰਡੀ ਵਾਲੀ ਗੱਡੀ ਮਿਲੀ ਹੈ? ਨਹੀਂ ਜੀ, ਨਾ ਕਦੇ ਜ਼ਰੂਰਤ ਸਮਝੀ ਹੈਗੀ ਹੈ ਤੇ ਨਾ ਲਈ ਹੈ। ਇਹ ਤੁਸੀਂ ਸੀਰੀਅਸਲੀ ਲਿਖਿਆ ਡਰਾਮਾ ਇਹ LOP ਖਾਲਿਸਤਾਨ? ਨਹੀਂ, ਵੈਸੇ ਉਹ ਤਾਂ ਮਜ਼ਾਕ ਦੇ ਤੌਰ ਤੇ ਲਿਖਿਆ ਹੋਇਆ ਹੈ। ਤੇ ਤੁਹਾਡੇ ਮਜ਼ਾਕ ਨੂੰ ਤਾਂ ਸਾਰੇ ਸੀਰੀਅਸਲੀ ਲਈ ਬੈਠੇ ਉਹ ਤਾਂ ਲਈ ਜਾਣਦੇ। ਦੇਖੋ ਉਹ ਤਾਂ ਕਹਿੰਦੇ ਹੈਗੇ ਸੀ ਜਿਹੜਾ ਮੁਲਕ ਦੇ ਵਿੱਚ ਕੋਈ ਸਾਡੀ ਕਰੰਸੀ ਵੀ ਬਣ ਗਈ ਹੈਗੀ ਸੀ, ਖਾਲਿਸਤਾਨ ਦੀਆਂ ਐਮਬੈਸੀਆਂ ਵੀ ਬਣ ਗਈ ਹੈਗੀਆਂ ਸੀਗੀਆਂ, ਉਹਦੀ ਕਰੰਸੀ ਬਣ ਗਈ ਸੀ, ਪਾਸਪੋਰਟ ਬਣ ਗਏ ਹੈਗੇ ਸੀਗੇ। ਜੇ ਅਸੀਂ ਕਿਸੇ ਨੇ ਮਜ਼ਾਕ ਨਾਲ ਲਿਖ ਦਿੱਤਾ ਉਹਦੇ 'ਚ ਕੀ ਹੈ? ਚਲੋ ਮੈਂ ਸੀਰੀਅਸਲੀ ਇੰਟਰਵਿਊ ਕਰ ਰਿਹਾ ਬੜੀ। ਸੁਖੀ ਚੈਲ, ਹਾਂਜੀ, ਜਦੋਂ ਇੱਕ NRI ਮੁਲਕ ਆਪਦੇ ਵਾਪਸ ਆਉਂਦਾ ਹਾਂਜੀ, ਉਦੋਂ ਇੱਥੋਂ ਜਦੋਂ ਵਾਪਸ ਜਾਂਦਾ ਉੱਥੇ ਜਾ ਕੇ ਕਹਿੰਦਾ ਪੰਜਾਬ 'ਚ ਬਹੁਤ ਮਾੜਾ ਹਾਲ ਹੈ, ਬਹੁਤ ਮਾੜਾ ਹਾਲ ਹੈ। ਪੰਜਾਬ 'ਚ ਮਾੜਾ ਹਾਲ ਹੈ? ਬਿਲਕੁਲ ਜੀ। ਇਹ ਜਿਹੜਾ ਨੈਰੇਟਿਵ ਹੈਗਾ ਇਹ ਜਾਣ ਬੁੱਝ ਕੇ ਕੁਝ ਲੋਕਾਂ ਨਾਲ ਹੀ ਆਈ ਥਿੰਕ ਉਹਦੇ ਵਿੱਚ ਅਨਫੋਰਚੂਨੇਟਲੀ ਤੁਹਾਡੇ ਮੀਡੀਆ ਦਾ ਵੀ ਕਾਫੀ ਰੋਲ ਹੈਗਾ। ਪੰਜਾਬੀ ਮੀਡੀਆ ਦੇ ਹੁਣ ਤੱਕ ਆਪਾਂ ਕ੍ਰਿਟੀਸਾਈਜ਼ ਕਰਦੇ ਹੈਗੇ ਸੀ ਗੋਦੀ ਮੀਡੀਆ ਹੈਗਾ ਨਾ, ਆਈ ਥਿੰਕ ਜਿਹੜਾ ਪੰਜਾਬੀ ਮੀਡੀਆ ਨੇ ਵੀ ਕਾਫੀ ਜਿਹੜੀ ਨੈਗੇਟਿਵ ਭੂਮਿਕਾ ਨਿਭਾਈ ਹੋਈ ਹੈਗੀ ਹੈ। ਉਹ ਮੈਂ ਤਾਂ ਕਹਿ ਰਿਹਾ ਕਿਉਂਕਿ ਮੈਨੂੰ ਇੱਥੇ ਹਫ਼ਤੇ ਤੋਂ ਜ਼ਿਆਦਾ ਹੋ ਗਿਆ ਇੱਥੇ ਤੇ ਮੈਨੂੰ ਕੋਈ ਇੱਦਾਂ ਦੀ ਚੀਜ਼ ਨਹੀਂ ਲੱਗੀ ਹੈਗੀ ਵੀ ਪੰਜਾਬ ਦੇ ਵਿੱਚ ਇੱਥੇ ਇੰਨਾ ਕੋਈ ਲਾਅ ਐਂਡ ਆਰਡਰ ਦਾ ਇਸ਼ੂ ਹੈਗਾ ਜੇ ਇੱਥੇ ਬਹੁਤ ਜ਼ਿਆਦਾ ਪਰੇਸ਼ਾਨੀ ਹੈਗੀ ਹੈ ਜਾਂ ਦਿਸ ਐਂਡ ਦੈਟ ਜਿਹੜਾ ਕਿ ਦਿਖਾਇਆ ਜਾ ਰਿਹਾ ਹੈਗਾ ਵੀ ਉੱਥੇ ਤਾਂ ਰਹਿਣ ਵਾਲੀ ਜਗ੍ਹਾ ਨਹੀਂ ਹੈਗੀ, ਉੱਥੇ ਨਾ ਜਾਏ ਜੀ ਡਰ ਹੋਗਾ। ਮੈਨੂੰ ਇੱਦਾਂ ਦੀ ਕੋਈ ਉਹ ਨਹੀਂ ਹੈਗੀ। ਹਾਂ, ਕੁਝ ਇਸ਼ੂ ਜਿਹੜੇ ਹੈਗੇ ਨੇ ਨਜ਼ਰ ਆਉਂਦੇ ਹੈਗੇ ਨੇ, ਗਰਾਊਂਡ 'ਤੇ ਆਉਂਦੇ ਹੈਗੇ ਨੇ ਵੀ ਜਿਸ ਤਰ੍ਹਾਂ ਅਨਐਮਪਲੋਇਮੈਂਟ ਦੀ ਇਸ਼ੂ ਹੈਗਾ, ਡੈਫੀਨੇਟਲੀ ਇਸ਼ੂ ਹੈਗਾ। ਪਰ ਜਿਵੇਂ ਲੋਕਾਂ ਦੇ ਵਿੱਚ ਆਪਾਂ ਕਹੀਏ ਵੀ ਜਿਵੇਂ ਕੋਈ ਹਿੰਦੂ ਸਿੱਖ ਹੈਗੇ ਨੇ ਜਾਂ ਹੋਰ ਭਾਈਚਾਰੇ ਦਾ ਇਸ਼ੂ ਹੈਗਾ, ਕੋਈ ਕੁਛ ਨਹੀਂ ਹੈਗਾ। ਅਸੀਂ ਇਕੱਲੇ ਘੁੰਮਦੇ ਹੈਗੇ ਹਾਂ। ਤੁਸੀਂ ਦੇਖ ਲਓ ਸਾਡੇ ਕੋਲ ਕੀ ਸਿਕਿਉਰਿਟੀ ਹੈਗੀ ਹੈ।
ਪਤਾ ਕਰ ਲਓ ਹੈਗੋ ਕਿੱਥੇ ਜਾਣੇ ਹੈਗੇ, ਕੋਈ ਪਰੇਸ਼ਾਨੀ ਨਹੀਂ ਹੈਗੀ। ਲੋਕੀ ਬਿਲਕੁਲ ਇੱਥੇ ਪਤਾ ਨਹੀਂ ਚੱਲਦਾ, ਕੋਈ ਇੱਥੇ ਕੋਈ ਖਾਲਿਸਤਾਨ ਦੀ ਗੱਲ ਨਹੀਂ ਕਰਦਾ। ਬਾਹਰ ਉੱਥੇ ਲੱਗਦਾ ਹੈਗਾ ਜੀ ਪਤਾ ਨਹੀਂ ਖਾਲਿਸਤਾਨ ਦੇ ਕੀ ਉੱਥੇ ਝੰਡੇ ਗੱਡੇ ਹੋਏ ਹੈਗੇ ਨੇ, ਖਾਲਿਸਤਾਨ ਬਣ ਜਾਣਾ ਹੈਗਾ ਜੀ, ਔਰ ਅਸੀਂ ਗੁਲਾਮ ਹੈਗੇ ਹਾਂ ਇੱਥੇ। ਕੋਈ ਮੈਨੂੰ ਗੁਲਾਮੀ ਵਾਲੀ ਗੱਲ ਨਹੀਂ ਲੱਗਦੀ ਹੈਗੀ, ਮੈਨੂੰ ਕਿਸੇ ਨੇ ਰੋਕਿਆ ਨਹੀਂ ਹੈਗਾ। ਅਸੀਂ ਕਾਰ ਦੇ ਉੱਤੇ ਮੈਂ ਡਰਾਈਵਰ ਦੇ ਨਾਲ ਘੁੰਮ ਰਿਹਾ ਹੈਗਾ ਜਿੱਥੇ ਜਾਂਦੇ ਹੈਗੇ ਆ, ਕੋਈ ਪਰੇਸ਼ਾਨੀ ਨਹੀਂ ਹੈਗੀ। ਪਰ ਇਹ ਆਈ ਥਿੰਕ ਨੈਰੇਟਿਵ ਜਿਹੜਾ ਹੈਗਾ ਹੈ ਜਾਣ ਬੁੱਝ ਕੇ ਕੁਝ ਲੋਕਾਂ ਰਾਹੀਂ ਗਲਤ, ਕੁਝ ਲੋਕੀ ਜਿਹੜੇ ਹੈਗੇ ਨੇ ਜਿਹਨੇ ਦੁਕਾਨਦਾਰੀਆਂ ਹੈਗੀਆਂ ਨੇ ਉੱਥੇ ਖਾਲਿਸਤਾਨ ਦੇ ਨਾਂ ਤੇ ਬਹੁਤ ਲੋਕਾਂ ਨੇ ਦੁਕਾਨਦਾਰੀਆਂ ਖੋਲ੍ਹ ਰੱਖੀ ਹੈਗੇ ਨੇ। ਉਹਨਾਂ ਦਾ ਕੰਮ ਹੀ ਸਵੇਰ ਤੋਂ ਸ਼ਾਮ ਤੱਕ ਇਹ ਹੈਗਾ ਵੀ ਹਾਂ ਪੰਜਾਬ ਜਿਹੜਾ ਹੈਗਾ ਡੁੱਬ ਗਿਆ ਜੀ, ਉੱਥੇ ਪੰਜਾਬ ਗੁਲਾਮ ਹੈਗਾ। ਉਹ ਸਭ ਜਿਹੜੀਆਂ ਇਹ ਗੱਲਾਂ ਹੈਗੀਆਂ ਨੇ ਇਹ ਬਿਲਕੁਲ ਆਈ ਥਿੰਕ ਅਨਫੋਰਚੂਨੇਟਲੀ ਹੈਗੀਆਂ ਨੇ। ਖਾਲਿਸਤਾਨ ਨਾਂ ਦਾ ਕੁਝ ਹੈ ਇੱਥੇ? ਮੈਨੂੰ ਆਈ ਡਿਡ ਨਾਟ ਸੀ ਐਨੀਥਿੰਗ ਔਨ ਗਰਾਊਂਡ। ਤੇ ਫਿਰ ਤੁਸੀਂ ਮੈਨੂੰ ਲੱਗਦਾ ਤੁਸੀਂ ਵੀ ਉਹਨੂੰ ਪ੍ਰਮੋਟ ਕਰਦੇ ਪਏ ਹੋ, ਲਿਖ ਕੇ ਐਲਓਪੀ ਖਾਲਿਸਤਾਨ। ਨਹੀਂ, ਉਹ ਤਾਂ ਦੇਖੋ ਜਦੋਂ ਬਾਹਰ ਗੱਲ ਆਉਂਦੀ ਹੈਗੀ ਹੈ ਨਾ, ਦੇਖੋ ਮੈਂ ਕਦੇ ਇਹ ਨਹੀਂ ਹੈ ਕਿ ਕੁਝ ਗੱਲਾਂ ਹੁੰਦੀਆਂ ਹੈਗੀਆਂ ਨੇ ਬੰਦਾ ਪਿੱਠ ਪਿੱਛੇ ਕਰਦਾ ਹੈਗਾ। ਮੈਂ ਕਦੇ ਵੀ ਪਿੱਠ ਪਿੱਛੇ ਕਦੇ ਵੀ ਇਹ ਨਹੀਂ ਗੱਲ ਕਰਦਾ ਹੈਗਾ। ਜਿਹੜੀ ਗੱਲ ਹੈਗੀ ਹੈ ਸਹੀ ਹੈਗੀ ਉਹਨੂੰ ਮੈਂ ਸਹੀ ਕਹਿਣਾ ਹੈਗਾ। ਜਿਹੜੇ ਲੋਕੀ ਖਾਲਿਸਤਾਨ ਦੀ ਗੱਲ ਕਰਦੇ ਹੈਗੇ ਨੇ, ਖਾਲਿਸਤਾਨ ਦੀ ਗੱਲ ਕਰਨੀ ਕੋਈ ਮਾੜੀ ਗੱਲ ਨਹੀਂ ਹੈਗੀ। ਖਾਲਿਸਤਾਨ ਦੇ ਨਾਂ 'ਤੇ ਪ੍ਰੋਟੈਸਟ ਕਰਨਾ ਕੋਈ ਮਾੜੀ ਗੱਲ ਨਹੀਂ ਹੈਗੀ, ਕਿਉਂਕਿ ਤੁਹਾਡੇ ਕੋਲ ਫਰੀडम ਆਫ ਸਪੀਚ ਹੈਗੀ ਹੈ ਕਿਸੇ ਵੀ ਕੰਟਰੀ ਦੇ ਵਿੱਚ, ਚਾਹੇ ਯੂਕੇ ਹੈਗੇ ਹੋ, ਕੈਨੇਡਾ ਹੈਗੇ ਹੋ, ਅਮਰੀਕਾ ਹੈਗੇ, ਖੁੱਲ੍ਹ ਕੇ ਕਰਨੀ ਚਾਹੀਦੀ ਹੈਗੀ ਹੈ। ਤੁਹਾਨੂੰ ਅਧਿਕਾਰ ਹੈਗੇ ਨੇ, ਈਵਨ ਕਿ ਇੰਡੀਆ ਦੇ ਵਿੱਚ ਵੀ ਤੁਹਾਨੂੰ ਸੁਪਰੀਮ ਕੋਰਟ ਤੁਹਾਨੂੰ ਇਹ ਜਿਹੜਾ ਤੁਹਾਡਾ ਸੰਵਿਧਾਨ ਹੈ ਉਹ ਅਲਾਉ ਕਰਦਾ ਹੈਗਾ। ਪਰ ਮੇਰਾ ਇਸ਼ੂ ਇਹ ਹੈਗਾ ਵੀ ਜਦੋਂ ਤੁਸੀਂ ਖਾਲਿਸਤਾਨ ਦੇ ਨਾਂ ਦੇ ਉੱਤੇ ਤੁਸੀਂ ਗੁੰਡਾਗਰਦੀ ਕਰਦੇ ਹੈਗੇ ਹੋ, ਉਹ ਉੱਥੇ ਪ੍ਰੋਬਲਮ ਹੈਗੀ ਹੈ। ਖਾਲਿਸਤਾਨ ਦੇ ਨਾਂ ਦੇ ਉੱਤੇ ਜਿਹੜੇ ਬੱਚਿਆਂ ਨੂੰ ਹੈਗਾ, ਸਾਡੀ ਆਉਣ ਵਾਲੀ ਜਨਰੇਸ਼ਨ ਨੂੰ ਤੁਸੀਂ ਰੈਡੀਕਲਾਈਜ਼ ਕਰਦੇ ਹੈਗੇ ਹੋ, ਉਹਨਾਂ ਨੂੰ ਮਿਸ ਇਨਫੋਰਮੇਸ਼ਨ ਦਿੰਦੇ ਹੈਗੇ ਹੋ, ਜਾਂ ਉਹਨਾਂ ਦੇ ਨਾਂ 'ਤੇ ਖਾਲਿਸਤਾਨ ਦੀ ਇੱਕ ਓਟ ਲੈ ਕੇ ਹੈਗੇ ਗੁੰਡਾਗਰਦੀ ਜਿਹੜੀ ਕਰਦੇ ਹੈਗੇ ਹੋ, ਉਹ ਬਰਦਾਸ਼ਤ ਨਹੀਂ ਹੈਗੀ। ਇਸ ਕਰਕੇ ਹਾਂਜੀ, ਗੁੰਡਾਗਰਦੀ ਕਰਦੇ ਜਾਂ ਗੁੰਡਾਗਰਦੀ ਕਰਵਾਈ ਜਾ ਰਹੀ ਹੈ? ਨਹੀਂ ਕਰਦੇ ਹੈਗੇ ਨੇ ਜੀ। ਹੁਣ ਦੇਖੋ ਹਰ ਇੱਕ ਗੱਲ ਦੇ ਪਿੱਛੇ ਆਪਾਂ ਕਹਿੰਦੇ ਹੈਗੇ ਜੀ, ਦੇਖੋ ਇਹ ਗੱਲ ਹੈਗੀ ਹੈ, ਪਹਿਲਾਂ ਕਹਿੰਦੇ ਹੁੰਦੇ ਹੈਗੇ ਸੀ ਜਦੋਂ ਮਿਸਿਸ ਗਾਂਧੀ ਹੈਗੇ ਸੀ ਛੋਟੇ ਹੁੰਦੇ ਸੀ, ਕਹਿੰਦੇ ਵਿਰੋਧੀ ਸ਼ਕਤਾਂ ਦੀ ਹੈਗੀ ਹੈ, ਵਿਰੋਧੀ ਜਿਹੜੇ ਮੁਲਕ ਹੈਗੇ ਨੇ ਪਾਕਿਸਤਾਨ ਦੇ ਨਾਂ ਸਾਰਾ ਕੁਝ ਲਾਈ ਜਾਂਦੇ ਹੈਗੇ ਸੀਗੇ। ਹੌਲੀ ਹੌਲੀ ਕੀ ਹੁੰਦਾ ਹੈਗਾ ਵੀ ਹਾਂ ਉੱਥੇ ਕਿਤੇ ਵੀ ਕੁਝ ਵੀ ਹੁੰਦਾ ਹੈਗਾ, ਇਹ ਜੀ RSS ਦੀ ਚਾਲ ਹੈ, ਇਹ ਮੋਦੀ ਦੀ ਚਾਲ ਹੈ, ਇਹ ਏਜੰਸੀਆਂ ਦੀ ਚਾਲ ਹੈਗੀ ਹੈ। ਤੁਹਾਡੇ ਗੁਰਦੁਆਰੇ ਦੇ ਅੰਦਰ ਕੁਝ ਖੋਜ ਹੋ ਜਾਂਦਾ ਹੈਗਾ, ਗੁਰਦੁਆਰਾ ਸਾਹਿਬ ਦੇ ਕੁਝ ਹੋ ਜਾਂਦਾ ਹੈ, ਉਹਨੂੰ ਵੀ ਤੁਸੀਂ ਕਹਿ ਦਿਓ ਜੀ ਹਾਂ ਏਜੰਸੀਆਂ ਨੇ ਕਰਵਾ ਦਿੱਤਾ ਹੈਗਾ। ਹੁਣ ਤੁਸੀਂ ਇਹ ਦੇਖੋ ਜਿਹੜਾ ਉੱਥੇ ਸੈਨ ਫਰਾਂਸਿਸਕੋ ਦੇ ਵਿੱਚ ਇੰਡੀਅਨ ਐਮਬੈਸੀ ਕੌਂਸਲੇਟ ਦੇ ਵਿੱਚ ਤੁਸੀਂ ਜਾ ਕੇ ਉਹਨਾਂ ਦੇ ਦਰਵਾਜ਼ੇ ਤੋੜਦੇ ਹੈਗੇ ਹੋ, ਉਹਨਾਂ ਨੂੰ ਕੋਈ ਫਰਕ ਪੈਂਦਾ ਹੈਗਾ? ਪਰ ਉਹਦਾ ਫਰਕ ਸਾਡੀ ਜਨਰੇਸ਼ਨ ਨੂੰ ਪਊਗਾ ਹੈਗਾ। ਉਹਦੇ ਵਿੱਚ ਸਿੱਖਾਂ ਦੀ ਕਿੰਨੀ ਬਦਨਾਮੀ ਹੈਗੀ, ਉਹ ਸਾਡੇ ਲੋਕਾਂ ਨੂੰ ਕਿੰਨੀ ਪਰੇਸ਼ਾਨੀ ਆਊਗੀ, ਉਹ ਸ਼ਾਇਦ ਆਮ ਲੋਕਾਂ ਨੂੰ ਆਈਡੀਆ ਨਹੀਂ ਹੈਗਾ। ਮੈਂ ਇਹੀ ਪੁੱਛ ਰਿਹਾ, ਆਪ ਮੁਹਾਰੇ ਤੋੜੇ ਜਾ ਰਹੇ ਆ ਜਾਂ ਤੜਵਾਏ ਜਾ ਰਹੇ? ਨਹੀਂ ਕੋਈ ਆਈ ਡੋਂਟ ਥਿੰਕ ਸੋ। ਇਹ ਸ਼ਾਇਦ ਇਹ ਵੀ ਇੱਕ ਗਲਤ ਨੈਰੇਟਿਵ ਹੋਊਗਾ ਜੀ। ਕਈ ਵਾਰੀ ਆਪਾਂ ਕਹਿੰਦੇ ਵੀ ਨਹੀਂ ਉਹ ਏਜੰਸੀਆਂ ਆਪ ਤੜਵਾਉਂਦੀਆਂ ਹੈਗੀਆਂ ਨੇ, ਦਿਸ ਐਂਡ ਦੈਟ, ਜਾਂ ਉਹ ਸਰਕਾਰ ਤੜਵਾਉਂਦੀ ਹੈਗੀ ਹੈ। ਨਹੀਂ, ਉਹਦੇ ਵਿੱਚ ਉਹਨਾਂ ਦਾ ਕੀ ਫਾਇਦਾ ਹੈਗਾ? ਸਾਨੂੰ ਚਿੰਤਾ ਇਸ ਗੱਲ ਦੀ ਹੈ, US ਦੇ ਵਿੱਚ ਇੰਡੀਅਨ ਐਂਬੈਸਡਰ ਨੂੰ ਉੱਥੇ ਦੱਸਣਾ ਪੈ ਰਿਹਾ ਹੈ, ਮਿਸਟਰ ਸੰਧੂ ਨੂੰ, ਤਰਨਜੀਤ ਹਰਾ ਨੂੰ, ਕਿ ਖਾਲਸਾ ਕੀ ਹੈ, ਖਾਲਸੇ ਦੀ ਪਰਿਭਾਸ਼ਾ ਕੀ ਹੈ, ਦੱਸਣਾ ਪੈ ਰਿਹਾ ਸਾਨੂੰ। ਨਹੀਂ ਦੇਖੋ, ਖਾਲਸੇ ਦੀ ਪਰਿਭਾਸ਼ਾ ਜੇ ਤੁਸੀਂ ਇਹ ਤਾਂ ਕੰਸਿਸਟੈਂਟ ਐਫਰਟ ਤੁਹਾਨੂੰ ਕਰਨੇ ਪੈਣਗੇ ਹੈਗੇ। ਤੁਹਾਡੀ ਜਿਹੜੀ ਸਿੱਖੀ ਦੀ ਆਈਡੀ ਹੈਗੀ ਹੈ ਡਜ਼ ਨਾਟ ਅੱਜ ਤੋਂ 5 ਸਾਲ ਬਾਅਦ ਵੀ ਤੁਹਾਨੂੰ 500 ਸਾਲ ਬਾਅਦ ਵੀ ਤੁਹਾਨੂੰ ਦੱਸਣੀ ਪਊਗੀ, ਕਿਉਂਕਿ ਉਹਦੇ ਵਿੱਚ ਜਿੰਨੀ ਰਿਫਾਈਨ ਹੁੰਦੀ ਹੈਗੀ ਹੈ। ਹੁਣ ਤੱਕ ਜਿਹੜਾ ਹੈਗਾ ਸੀ 9/11 ਤੋਂ ਬਾਅਦ ਜਿਹੜਾ ਹੈਗਾ ਸਿੱਖਾਂ ਦੀ ਆਈਡੈਂਟੀਟੀ ਦੇ ਉੱਤੇ ਬੜੀ ਕ੍ਰਾਈਸਿਸ ਆਏ ਹੈਗੇ ਸੀ, ਇਹਦੇ 'ਚ ਕੋਈ ਸ਼ੱਕ ਨਹੀਂ ਹੈਗਾ। ਕੁਝ ਲੋਕਾਂ 'ਤੇ ਅਟੈਕ ਵੀ ਹੋਏ ਹੈਗੇ ਸੀਗੇ, ਜਿਵੇਂ ਐਰੀਜ਼ੋਨਾ ਦੇ ਵਿੱਚ ਇੱਕ ਸੋਢੀ ਸਾਹਿਬ ਹੈਗੇ ਸੀ, ਉਹਨਾਂ 'ਤੇ ਅਟੈਕ ਹੋ ਗਿਆ ਹੈਗਾ ਸੀਗਾ, ਕਿਉਂਕਿ ਲੋਕੀ ਸੋਚਦੇ ਹੈਗੇ ਸੀ ਵੀ ਵੀ ਆਲਸੋ ਬਿਲੋਂਗ ਟੂ ਕੇ ਸਮ ਇਸਲਾਮਿਕ ਜਿਹੜੇ ਰੈਡੀਕਲਸ ਹੈਗੇ ਸੀ ਜਾਂ ਮਿਲੀਟੈਂਟ ਹੈਗੇ ਸੀ, ਜਾਂ ਉਸਾਮਾ ਬਿਨ ਲਦਾਨ ਹੈਗੇ ਸੀ, ਉਹ ਵੀ ਪੱਗ ਬੰਨ੍ਹਦੇ ਹੈਗੇ ਸੀ, ਉਹਨਾਂ ਦਾ ਪਹਿਰਾਵਾ ਸਾਡੇ ਵਰਗਾ ਹੁੰਦਾ ਸੀ, ਦਾੜ੍ਹੀ ਹੁੰਦੇ ਸੀ, ਤਾਂ ਕਰਕੇ ਆਈਡੈਂਟੀਟੀ ਕ੍ਰਾਈਸਿਸ ਹੈਗਾ ਸੀਗਾ। ਉਹ ਹਮੇਸ਼ਾ ਜਿਹੜੇ ਲੋਕੀ ਹੈਗੇ ਨੇ ਜਿਹਨਾਂ ਨੂੰ ਨਹੀਂ ਪਤਾ ਹੈਗਾ ਉਹ ਤਾਂ ਦੱਸਣਾ ਪਊਗਾ। ਜੇਕਰ ਸੰਧੂ ਸਾਹਿਬ ਦੱਸਦੇ ਹੈਗੇ ਨੇ ਅੱਛੀ ਗੱਲ ਹੈਗੀ ਹੈ। ਮੈਂ ਤਾਂ ਕਹਿੰਦਾ ਵੀ ਜਦੋਂ ਸਕੂਲਾਂ ਕਾਲਜਾਂ ਦੇ ਵਿੱਚ ਇਸ ਚੀਜ਼ ਦੀ ਅਵੇਅਰਨੈਸ ਹੋਰ ਵੀ ਹੋਣੀ ਚਾਹੀਦੀ ਹੈ ਕਿ ਵੀ ਨਹੀਂ ਅਸੀਂ ਖਾਲਸਾ ਹੈਗੇ, ਅਸੀਂ ਸਿੱਖ ਹੈਗੇ ਆ, ਸਾਡੀ ਧਰਮ ਸੰਧੂ ਸਾਹਿਬ ਦੱਸਦੇ ਪਏ ਤੇ ਸਾਨੂੰ ਇਹ ਚੰਗੀ ਗੱਲ ਹੈ, ਦੱਸਣਾ ਚਾਹੀਦਾ। ਬਿਲਕੁਲ, ਪਰ ਉਹ ਚਿੰਤਤ ਹੈ, ਚਿੰਤਾ 'ਚ ਦੱਸਣਾ ਪੈ ਰਿਹਾ। ਸਵਾਲ ਤਾਂ ਇਹ ਹੈ। ਨਹੀਂ, ਚਿੰਤਨ ਮੇਰਾ ਖਿਆਲ ਨਹੀਂ ਕੋਈ ਚਿੰਤਾ ਵਾਲੀ ਕੋਈ ਗੱਲ ਹੈਗੀ ਹੈ। ਦੇਖੋ ਹਰ ਇੱਕ ਕਮਿਊਨਿਟੀ ਦੇ ਵਿੱਚ ਨੋਬਡੀ ਇਜ਼ ਪਰਫੈਕਟ, ਹਰ ਇੱਕ ਕਮਿਊਨਿਟੀ ਵਿੱਚ ਹੁੰਦਾ ਹੈਗਾ। ਜੇਕਰ ਤੁਸੀਂ ਵੀ ਇੰਡੀਆ 'ਚ ਵੀ ਕਮਿਊਨਿਟੀ ਦੇ ਵਿੱਚ ਬਹੁਤ ਕੋਈ ਇੱਦਾਂ ਦੇ ਐਲੀਮੈਂਟ ਹੁੰਦੇ ਹੈਗੇ ਨੇ, ਇਸ਼ੂ ਹੁੰਦੇ ਹੈਗੇ ਨੇ, ਉਹ ਪੰਜਾਬੀਆਂ ਦੇ ਵਿੱਚ ਵੀ ਹੈਗਾ, ਸਿੱਖਾਂ ਦੇ ਵਿੱਚ ਵੀ ਹੈਗਾ। ਹਰ ਕੋਈ ਨਾਟ ਐਵਰੀਬਡੀ ਇਜ਼ ਪਰਫੈਕਟ। ਉਹਦੇ ਵਿੱਚੋਂ ਜੇਕਰ ਕੋਈ ਇਸ਼ੂ ਆਉਂਦਾ ਹੈਗਾ, ਆਇਡੈਂਟੀਟੀ ਕ੍ਰਾਈਸਿਸ ਆਉਂਦਾ ਹੈਗਾ, ਉਹ ਫਰਜ਼ ਵੀ ਤਾਂ ਸਾਡਾ ਬਣਦਾ ਹੈਗਾ, ਸਾਡੀ ਲੀਡਰਸ਼ਿਪ ਦਾ ਬਣਦਾ ਹੈਗਾ। ਸੁਖੀ ਚਹਿਲ ਨੂੰ ਕਦੇ ਆਇਡੈਂਟੀਟੀ ਕ੍ਰਾਈਸਿਸ ਆਇਆ? ਮੈਨੂੰ ਕਦੇ ਨਹੀਂ ਆਇਆ ਹੈਗਾ ਜੀ। ਨਹੀਂ, ਨਾ ਮੈਨੂੰ ਉੱਥੇ ਅਮਰੀਕਾ ਦੇ ਵਿੱਚ ਅੱਜ ਤੱਕ ਕਦੇ ਵੀ ਡਿਸਕ੍ਰਿਮੀਨੇਸ਼ਨ ਦਾ ਕੋਈ ਕ੍ਰਾਈਸਿਸ ਆਇਆ ਹੈਗਾ, ਇਸ਼ੂ ਆਇਆ ਹੈਗਾ, ਨਾ ਕਦੇ ਫੀਲ ਕਰਿਆ ਹੈਗਾ, ਔਰ ਨਾ ਹੀ ਸਾਨੂੰ ਕੋਈ ਇੱਦਾਂ ਦਾ ਕੋਈ ਆਇਡੈਂਟੀਟੀ ਕ੍ਰਾਈਸਿਸ ਆਇਆ ਵੀ ਜੇ ਤੁਸੀਂ ਪੱਗ ਬੰਨ੍ਹ ਕੇ ਵੀ ਜਾਂਦੇ ਹੈਗੇ ਹੋ ਜਾਂ ਤੁਹਾਡਾ ਪਹਿਰਾਵਾ ਤੁਹਾਨੂੰ ਇੰਡੀਅਨ ਲੱਗਦਾ ਹੈਗਾ। ਆਈ ਥਿੰਕ ਜਿਹੜੀ ਉੱਥੇ ਐਕਸੈਪਟੈਂਸ ਹੈਗੀ ਆ ਉਹ ਬਹੁਤ ਅੱਛੀ ਹੈਗੀ ਸਾਡੇ ਮੁਲਕ ਦੇ ਵਿੱਚ। ਅਮਰੀਕਾ ਦੀ ਗੱਲ ਕਰਦਾ ਮੈਂ।
ਜਦੋਂ ਜਥੇਦਾਰ ਸਾਹਿਬ ਇੱਥੋਂ ਕਹਿੰਦੇ ਆ ਕਿ ਅਸੀਂ ਜਿੱਥੇ ਜਾਵਾਂਗੇ ਉੱਥੋਂ ਦੀ ਭਾਸ਼ਾ ਦੇ ਵਿੱਚ ਜਵਾਬ ਦੇਵਾਂਗੇ ਜਾਂ ਉੱਥੋਂ ਦੀ ਕਮਿਊਨਿਟੀ ਦੇ ਹਿਸਾਬ ਨਾਲ ਜਵਾਬ ਦੇਵਾਂਗੇ। ਜਦੋਂ ਅਮਰੀਕਾ ਦੀ ਗੱਲ ਕਰਦੇ, ਕੈਨੇਡਾ ਦੀ ਗੱਲ ਕਰਦੇ ਆ, ਆਂਧਰਾ ਦੀ, ਹਰਿਆਣਾ ਦੀ, ਉਹਨਾਂ ਸਾਰਿਆਂ ਨੇ ਗੱਲ ਕੀਤੀ ਹੈ। ਮੇਰਾ ਸਵਾਲ ਹੈ, ਗਲੋਬਲੀ ਸਿੱਖ ਡਾਇਸਪੋਰਾ ਇੰਨਾ ਮਜ਼ਬੂਤ ਹੈ, ਉਸ ਦੇ ਬਾਵਜੂਦ ਵੀ ਸਾਨੂੰ ਦੱਸਣਾ ਪੈ ਰਿਹਾ। ਦੇਖੋ ਡਾਇਸਪੋਰਾ ਹੈ ਕਿੰਨਾ ਕੁ ਹੈਗਾ ਨਾ, ਇਹ ਵੀ ਤਾਂ ਆਪਣੀ ਇੱਕ ਬਹੁਤ ਵੱਡੀ ਇੱਕ ਗਲਤਫਹਿਮੀ ਹੈਗੀ ਨਾ, ਗਲਤਫਹਿਮੀ ਦਾ ਸ਼ਿਕਾਰ ਨਹੀਂ ਹੋਣਾ ਚਾਹੀਦਾ ਹੈਗਾ। ਸਾਡੀ ਪਾਪੂਲੇਸ਼ਨ ਕਿੰਨੀ ਕੁ ਹੈਗੀ ਹੈ? ਹੁਣ ਜੇ ਆਪਾਂ ਐਵੇਂ ਉਹ ਕਰੀ ਜਾਏ ਵੀ ਨਹੀਂ ਅਸੀਂ ਹੁੰਨੇ ਹੈਗੇ ਆ, ਸਾਰੀ ਦੁਨੀਆ ਨੂੰ ਪਤਾ ਹੋਣਾ ਚਾਹੀਦਾ ਹੈਗਾ। ਪਹਿਲਾਂ ਤੁਸੀਂ ਦੇਖੋ ਜਿਹੜੇ ਇਜ਼ਰਾਈਲੀ ਹੈਗੇ ਨੇ, US ਹੈਗੇ ਨੇ, ਉਹ ਆਪਣੀ ID ਵਾਸਤੇ, ਆਪਣੀ ਕਲਚਰ ਵਾਸਤੇ, ਆਪਣੀ ਪ੍ਰੈਜੈਂਸ ਵਾਸਤੇ ਉਹ ਕੀ ਐਫਰਟ ਕਰਦੇ ਹੈਗੇ ਨੇ। ਕਦੇ ਸੋਚਿਆ ਹੈਗਾ ਵੀ ਆਪਾਂ ਉਹਨਾਂ ਦੇ ਹਿਸਾਬ ਨਾਲ ਕਿਤੇ ਵੀ ਨੇੜੇ ਤੇੜੇ ਵੀ ਨਹੀਂ ਹੈਗੇ। ਉਹਨਾਂ ਨੇ ਕੋਈ ਵੀ ਇੰਸਟੀਟਿਊਸ਼ਨ ਹੈਗਾ, ਕੋਈ ਵੀ ਵੱਡੇ ਪੋਲੀਟੀਕਲ ਅਰੀਨੇ ਦੇ ਵਿੱਚ ਦੇਖੋ, ਫਾਈਨੈਂਸ਼ੀਅਲ ਏਰੀਆ ਦੇ ਵਿੱਚ ਦੇਖੋ, ਕਿਸੇ ਵੀ ਫੀਲਡ ਦੇ ਵਿੱਚ ਦੇਖੋ, ਮੈਡੀਕਲ ਫੀਲਡ ਦੇ ਵਿੱਚ, ਸਾਇੰਸ ਦੇ ਵਿੱਚ, ਉਹਨਾਂ ਦੇ ਆਰ ਔਨ ਦਾ ਟਾਪ। ਉਹ ਕਰਦੇ ਹੈਗੇ ਨੇ, ਫਿਰ ਵੀ ਉਹਨਾਂ ਨੂੰ ਵੀ ਆਪਣਾ ਦੱਸਣਾ ਪੈਂਦਾ ਹੈਗਾ। ਜੇਕਰ ਅਸੀਂ ਮੁੱਠੀ ਪਰ ਨਹੀਂ ਗਲਤਫਹਿਮੀ ਮੈਂ ਵੀ ਲੋਕਾਂ ਨੂੰ ਨਾ ਹੋਵੇ ਹੈਗੇ। ਲੋਕਾਂ ਨੂੰ ਪਤਾ ਹੋਣਾ ਚਾਹੀਦਾ ਵੀ ਤੁਹਾਡੀ ਬੈਕਗ੍ਰਾਉਂਡ ਕੀ ਹੈਗਾ। ਜੇ ਤੁਸੀਂ ਨਹੀਂ ਦੱਸੋਗੇ ਹੈਗੇ, ਉਹ ਕੋਈ ਤੁਹਾਡੇ ਵਾਸਤੇ ਜਾਣਕਾਰੀ ਥੋੜਾ ਲੈਂਦਾ ਪਊਗਾ। ਬੈਕਗ੍ਰਾਉਂਡ ਦਾ ਸਵਾਲ ਬੜਾ ਇੰਪੋਰਟੈਂਟ ਹੈ ਤੁਹਾਡਾ। ਮੈਂ ਛੋਟਾ ਜਿਹਾ ਬ੍ਰੇਕ ਲੈ ਕੇ ਵਾਪਸ ਆਊਂਗਾ। ਬੈਕਗ੍ਰਾਉਂਡ ਦਾ ਸਵਾਲ ਹੋਊਗਾ, ਅਮਰਤਪਾਲ ਨਾਲ ਸੁਖੀ ਚਹਿਲ ਦੀ ਬੈਕਗ੍ਰਾਉਂਡ ਜੁੜਤੀ ਹੈ ਕਿ ਨਹੀਂ? ਵਾਪਸ ਆ ਰਿਹਾ। एक और है थोड़ा स्वागत करते हैं। सुखी चहल जी, बड़ा सीधा सवाल है जी। अमृतपाल ਨਾਲ ਤੁਹਾਡੀ ਬੈਕਗ੍ਰਾਉਂਡ ਹੈ? ਨਹੀਂ ਹੈ। ਨਹੀਂ ਹੈ। ਕੌਣ ਜੋੜ ਰਿਹਾ ਤੁਹਾਡਾ ਨਾਮ? ਕੋਈ ਵੀ ਜੋੜ ਸਕਦਾ ਹੈਗਾ ਜੀ। ਦੇਖੋ ਮੇਰਾ ਕੰਮ ਹੈਗਾ, ਮੈਂ ਵੀ ਮੀਡੀਆ ਦੇ ਵਿੱਚ ਦੀ ਖਾਲਸਾ ਟੁਡੇ ਚੈਨਲ ਦੇ ਵਿੱਚ ਮੈਂ ਬਹੁਤ ਐਕਟਿਵ ਹੈਗਾ ਸੀ। ਸਪੈਸ਼ਲੀ ਕੋਵਿਡ ਦੇ ਦੌਰਾਨ ਜਿਹੜੀ ਮੇਰੀ ਗਰਾਰੀ ਫਸੀ ਹੋਈ ਹੈਗੀ ਸੀ, ਉਹ 6 ਫॉर ਜਸਟਿਸ ਦੇ ਗੁਰਪਤਵੰਤ ਪੰਨੂ ਹੋਰਾਂ ਦੇ ਨਾਲ ਫਸੀ ਹੋਈ ਹੈਗੀ ਸੀ। ਜੋ ਉਹਨਾਂ ਦੀਆਂ ਐਕਟੀਵਿਟੀ ਹੈਗੀ ਸੀ, ਨੈਗੇਟਿਵ ਐਕਟੀਵਿਟੀ ਹੈਗੀ ਸੀ, ਮੈਂ ਉਸ ਚੀਜ਼ ਨੂੰ ਕਾਊਂਟਰ ਕਰ ਰਿਹਾ ਹੈਗਾ ਸੀ। ਉਸ ਟਾਈਮ ਦੇ ਉੱਤੇ ਮੈਂ ਬਹੁਤ ਜ਼ਿਆਦਾ, ਜਿਵੇਂ ਕਲੱਬ ਹਾਊਸ ਜਾਂ ਹੋਰ ਵੀ ਜਿਹੜੇ ਟਵਿੱਟਰ ਦੇ ਉੱਤੇ ਜਿਹੜੇ ਹੈਗੇ ਵੱਡੇ ਪ੍ਰੋਗਰਾਮ, ਕਾਫੀ ਲੰਬੇ ਪ੍ਰੋਗਰਾਮ ਕਰਦਾ ਹੁੰਦਾ ਸੀ। ਉੱਥੇ ਅਮਰਤਪਾਲ ਵੀ ਹੀ ਵਾਜ਼ ਆਲਸੋ ਵਨ ਆਫ ਦੈਮ। ਇਹ ਲੋਕੀ ਵੀ ਜੁਆਇਨ ਕਰਦੇ ਹੈਗੇ ਸੀ, ਸੁਣਦੇ ਹੈਗੇ ਸੀਗੇ। ਕਾਫੀ ਵਾਰੀ ਮੈਨੂੰ ਪਤਾ ਹੈਗਾ ਵੀ ਕੌਣ ਸੀ, ਕੀ ਹੈਗੇ ਸੀ। ਪਰ ਉਸ ਤੋਂ ਬਾਅਦ ਜੇ ਕੋਈ ਕਹੇ ਵੀ ਮੇਰਾ ਉਹਨਾਂ ਦੇ ਨਾਲ ਕੋਈ ਪਰਸਨਲ ਕਨੈਕਸ਼ਨ ਹੈਗਾ, ਨਹੀਂ। ਪਰ ਉਹਨਾਂ ਦੇ ਲੋਕੀ ਵੀ ਅਮਰੀਕਾ 'ਚ ਵੀ ਬਹੁਤ ਹੈਗੇ ਨੇ ਜਿਹੜੇ ਇੱਕ ਦੂਜੇ ਨੂੰ ਜਾਣਦੇ ਹੁੰਦੇ ਨੇ। ਪਰ ਇਹਦਾ ਮਤਲਬ ਇਹ ਨਹੀਂ ਹੈਗਾ ਵੀ ਉਹ ਕੋਈ ਮੈਂ ਉਹਨਾਂ ਦਾ ਬੰਦਾ ਜਾਂ ਉਹ ਕੋਈ ਸਾਡੇ ਬੰਦੇ ਹੈਗੇ ਨੇ ਜਾਂ ਸਾਡਾ ਕੋਈ ਇੱਦਾਂ ਦਾ ਕੋਈ ਰਿਲੇਸ਼ਨ ਹੈਗਾ। ਅਮਰਤਪਾਲ ਕ੍ਰਾਈਸਿਸ ਫਸ ਕੇ ਇਸ ਲਈ ਸੁਖੀ ਚਹਿਲ ਪਿੱਛੇ ਹੋ ਗਏ? ਨਹੀਂ ਵੀ ਉਹ ਈਵਨ ਕਿ ਜਦੋਂ ਉਹ ਬਿਲਕੁਲ ਬੁਲੰਦੀਆਂ ਤੇ ਹੈਗੇ ਸੀ, ਮੈਂ ਅੱਜ ਤੱਕ ਕਦੇ ਵੀ ਕੋਈ ਮੇਰੀ ਇੱਕ ਸਟੇਟਮੈਂਟ ਦੇਖ ਲਓ ਹੋਏਗਾ ਉਹਦੇ ਖਿਲਾਫ, ਉਹਦੇ ਪੋਜ਼ਿਟਿਵ ਜਾਂ ਨੈਗੇਟਿਵ, ਆਈ ਵਾਜ਼ ਵੈਰੀ ਨਿਊਟਰਲ। ਵੀ ਠੀਕ ਹੈ, ਉਹਨੂੰ ਕੋਈ ਬੰਦਾ ਕਰ ਰਿਹਾ ਹੈਗਾ, ਦੁਬਈ ਤੋਂ ਗਿਆ ਹੈਗਾ, ਹੀ NRI ਰਾਈਟ, ਉਹ ਕਰ ਰਿਹਾ ਹੈਗਾ। ਜੇਕਰ ਜਿਹੜੀ ਉਹਦੀ ਐਕਟੀਵਿਟੀ ਹੈਗੀ ਸੀ ਸ਼ੁਰੂ ਦੇ ਵਿੱਚ, ਜੋ ਅੰਮ੍ਰਿਤ ਛਕਾਉਣ ਦੀ ਗੱਲ ਕਰਦਾ ਹੈਗਾ ਸੀਗਾ ਤੇ ਜਾਂ ਨਸ਼ੇ ਛਡਾਉਣ ਦੀ ਗੱਲ ਕਰਦਾ ਹੈਗਾ ਸੀ, ਉਹ ਅੱਛਾ ਐਫਰਟ ਹੈਗਾ ਸੀਗਾ। ਪਰ ਬਾਅਦ ਦੇ ਵਿੱਚ ਕੁਝ ਗਲਤੀਆਂ ਹੋਈਆਂ ਹੈਗੀਆਂ ਨੇ, ਚਲੋ ਠੀਕ ਹੈ, ਹਰ ਇੱਕ ਬੰਦਾ ਕੋਈ ਗਲਤੀਆਂ ਕਰਦਾ ਹੈਗਾ। ਆਪਾਂ ਉਸ ਚੀਜ਼ ਦੇ ਵਿੱਚ ਕਦੇ ਇੰਟਰਫੇਅਰ ਨਹੀਂ ਕਰਿਆ ਹੈਗਾ। ਔਰ ਸਪੈਸ਼ਲੀ ਮੈਨੂੰ ਅੱਜ ਇਸ ਟਾਈਮ ਦੇ ਉੱਤੇ ਉਹਦੇ ਬਾਰੇ ਬਿਆਨ ਦੇਣਾ, ਆਈ ਥਿੰਕ ਉਹ ਇੱਕ ਬਹੁਤ ਵੱਡੀ ਦਗਾ ਹੋਊਗੀ ਕਿਸੇ ਬੰਦੇ ਦੇ ਨਾਲ। ਜਦੋਂ ਬੰਦਾ ਕ੍ਰਾਈਸਿਸ ਦੇ ਵਿੱਚ ਹੋਊਗਾ, ਮੈਂ ਕਿਸੇ ਬੰਦੇ ਨੂੰ ਪਰੇਸ਼ਾਨ ਨਹੀਂ ਕਰਦਾ ਹੈਗਾ। ਬੰਦੇ ਜਦੋਂ ਬਿਲਕੁਲ ਆਪਣੇ ਆਪ ਨੂੰ ਟੌਪ ਤੇ ਕਹਿਣਗੇ, ਮੇਰੀ ਗਰਾਰੀ ਫਸੀ ਹੋਈ ਹੈ ਉਹਨਾਂ ਦੇ ਨਾਲ। ਜਿਹੜੇ ਖਾਲਿਸਤਾਨੀ ਆਪਣੇ ਆਪ ਨੂੰ ਕਹਾਉਂਦੇ ਹੈਗੇ ਨੇ, ਮਿਸਟਰ ਜਿਹੜੇ ਪੰਨੂ ਗਰੁੱਪ ਜਿਹੜਾ ਹੈਗਾ 2020 ਵਾਲੇ ਰੈਫਰੈਂਡਮ ਵਾਲੇ ਨਾਲ, ਉਹ ਬਿਲਕੁਲ ਆਪਣੇ ਆਪ ਨੂੰ ਕਹਿੰਦੇ ਨੇ ਸਾਡੇ ਟੌਪ ਤੇ ਹੈਗੇ। ਮੇਰੀ ਗਰਾਰੀ ਫਸੀ ਹੋਈ ਉਹਨਾਂ ਦੇ ਨਾਲ, ਫਸੀ ਰਹੇਗੀ। ਗਰਾਰੀ ਕਿਉਂ ਫਸਾ ਕੇ ਰੱਖਣਾ ਚਾਹੁੰਦੇ ਹੋ? ਕਿਉਂਕਿ ਤੁਸੀਂ ਹਾਈਲਾਈਟ ਹੋਣਾ ਚਾਹੁੰਦੇ ਹੋ ਵੀ ਹਾਂ ਖਾਲਿਸਤਾਨ ਦੀ ਗੱਲ ਕਰੂੰਗਾ, ਸੁਖੀ ਚਹਿਲ ਦਾ ਨਾਮ ਹੋਊਗਾ, ਹਾਂ ਜੀ ਬਹੁਤ ਵੱਡਾ ਕੰਮ ਕਰਦੇ ਪਏ। ਮੇਰਾ ਨਾਂ KP ਸਾਹਿਬ, ਪਰਮਾਤਮਾ ਦੀ ਕਿਰਪਾ ਹੈਗੀ ਹੈ, ਕਾਫੀ ਵੱਡਾ ਹੈਗਾ ਸੀ ਖਾਲਿਸਤਾਨ ਦੇ ਨਾਂ ਲੈਣ ਤੋਂ ਪਹਿਲਾਂ ਵੀ। ਔਰ ਇਹ ਮੇਰਾ ਖਿਆਲ ਇਸ ਤੋਂ ਬਾਅਦ ਵੀ ਰਹੂਗਾ ਹੈਗਾ। ਔਰ ਮੈਨੂੰ ਇਸ ਚੀਜ਼ ਦੀ ਕੋਈ ਜ਼ਰੂਰਤ ਨਹੀਂ ਹੈਗੀ। ਪਰ ਇਸ ਚੀਜ਼ ਦੇ ਪ੍ਰੋਬਲਮ ਇਹ ਹੈਗੇ ਵੀ ਜਿਹੜੀ ਇੱਥੇ ਜਿਹੜੇ ਗੁੰਡਾਗਰਦੀ ਜਿਹੜੀ ਇਹ ਖਾਲਿਸਤਾਨ ਦੇ ਨਾਂ ਤੇ ਕਰਦੇ ਹੈਗੇ ਨੇ, ਅਨਫੋਰਚੂਨੇਟਲੀ ਸਿੱਖ ਕਮਿਊਨਿਟੀ ਦੇ ਵਿੱਚੋਂ ਵੀ ਕੋਈ ਇਹਨਾਂ ਦੇ ਖਿਲਾਫ ਬੋਲਣ ਵਾਸਤੇ ਤਿਆਰ ਨਹੀਂ ਹੈਗਾ। ਔਰ ਖਿਲਾਫ ਬੋਲਣ ਵਾਸਤੇ ਨਹੀਂ ਹੈਗਾ ਵੀ ਜਿਹੜੀਆਂ ਇਹਨਾਂ ਦੀ ਗਲਤ ਐਕਟੀਵਿਟੀ ਹੈਗੇ ਨੇ ਉਹਨੂੰ ਕੋਈ ਚੈਲੰਜ ਨਹੀਂ ਕਰ ਰਿਹਾ ਹੈਗਾ। ਇਹਨਾਂ ਨੂੰ ਬਿਲਕੁਲ ਇੱਕ ਓਪਨ ਗਰਾਊਂਡ ਦਿੱਤਾ ਹੈਗਾ ਵੀ ਇਹ ਕੁਝ ਵੀ ਕਰ ਸਕਦੇ ਨੇ। ਕਿਸੇ ਮਰਜ਼ੀ ਦੀ ਕਿਸੇ ਦੀ ਪੱਗ ਲਾ ਸਕਦੇ ਹੈਗੇ ਨੇ, ਕਿਸੇ ਨੂੰ ਗੁਰਦੁਆਰੇ 'ਚ ਕੁੱਟ ਸਕਦੇ ਹੈਗੇ ਨੇ, ਕੋਈ ਕਿਸੇ ਹਿੰਦੂ ਗੱਲ ਪੈ ਸਕਦੇ ਹੈਗੇ ਨੇ, ਕਿਸੇ ਦੇ ਜਾ ਕੇ ਦਰਵਾਜ਼ੇ ਤੋੜ ਸਕਦੇ ਹੈਗੇ ਨੇ। ਉਹ ਜਿਹੜੀ ਹੈਗੀ ਐਕਟੀਵਿਟੀ ਹੈਗੀ ਹੈ, ਉਸ ਚੀਜ਼ ਦਾ ਨੁਕਸਾਨ ਸਿੱਖਾਂ ਨੂੰ ਔਰ ਸਿੱਖੀ ਨੂੰ ਹੋ ਰਿਹਾ ਹੈਗਾ ਔਰ ਹੋਏਗਾ, ਔਰ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਹੋਏਗਾ ਹੈਗਾ। ਇਸ ਕਰਕੇ ਮੈਂ ਉਹਨਾਂ ਦੇ ਨਾਲ ਉਹ ਜਿਹੜੀ ਹੈਗੀ ਵੀ ਆਮ ਬੰਦਾ ਪੰਗਾ ਨਹੀਂ ਲੈਂਦਾ ਹੈਗਾ, ਔਰ ਮੈਂ ਪੰਗਾ ਲੈਣਾ ਹੈਗਾ, ਤਾਂ ਕਰਕੇ ਮੈਂ ਗੱਲ ਕਰਦਾ। ਅਦਰਵਾਈਜ਼ ਮੇਰੇ ਕੋਲ ਇੰਨਾ ਟਾਈਮ ਨਹੀਂ ਹੈਗਾ ਨਾ ਲੋਕਾਂ ਦੇ ਲਈ ਗੱਲ ਕਰਨ ਦਾ। ਪੰਗਾ ਲੈਣੇ ਆ, ਤੁਹਾਨੂੰ ਪਿੱਛੇ ਕੋਈ ਸਪੋਰਟ ਹੈ? ਮੈਨੂੰ ਕੋਈ ਜ਼ਰੂਰਤ ਨਹੀਂ ਹੈਗੀ। ਕੌਣ ਕਹਿੰਦਾ ਤੁਹਾਨੂੰ ਪੰਗਾ ਲਓ? ਮੈਨੂੰ ਕੋਈ ਨਹੀਂ ਕਹਿ ਰਿਹਾ ਹੈਗਾ। ਮੈਂ ਆਪਣੇ ਮੇਰਾ ਮਨ ਮੰਨਦਾ ਹੈਗਾ, ਮੈਂ ਕਿਉਂਕਿ ਮੈਂ ਸਿੱਖ ਹੈਗਾ, ਠੀਕ ਹੈ।
ਮੇਰੇ ਦਿਲ ਦੇ ਵਿੱਚ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਵਿੱਚ ਮੈਂ ਪੜ੍ਹਿਆ ਹੋਇਆ ਹੈਗਾ। ਜਿੰਨਾ ਉਹ ਤਾਂ ਸਾਡਾ ਸੈਂਟਰ ਹੈਗਾ ਸੀ ਨਾ, ਜਦੋਂ ਅਸੀਂ ਸਾਰਾ ਉਹ ਦੌਰ ਦੇਖਿਆ ਹੋਇਆ ਹੈਗਾ, ਜਦੋਂ ਖੜਕੂਬਾਦ ਦਾ ਦੌਰ ਦੇਖਿਆ ਹੋਇਆ ਹੈਗਾ, ਇਸ ਕਰਕੇ ਅਸੀਂ ਹਾਲਾਤ ਦੇਖੇ ਹੋਏ ਹੈਗੇ ਨੇ। ਪਰ ਉੱਥੇ ਜਾ ਕੇ ਅਸੀਂ ਦੇਖਦੇ ਹੈਗੇ ਵੀ ਜਿਹੜੇ ਬੰਦਿਆਂ ਦਾ ਕੋਈ ਦੂਰ ਨੇੜੇ ਦਾ ਕੋਈ ਤਾਲੁਕਾਤ ਨਹੀਂ ਹੈਗਾ ਸੀਗਾ, ਉਹ ਜਾ ਕੇ ਆਪਣੇ ਆਪ ਨੂੰ ਖਾਲਿਸਤਾਨ ਦੇ ਝੰਡੇ ਚੁੱਕੀ ਫਿਰਦੇ ਹੈਗੇ ਨੇ। ਝੰਡੇ ਚੁੱਕ ਲੈਣ, ਪਰ ਖਾਲਿਸਤਾਨ ਦੇ ਨਾਂ ਤੇ ਜਿਹੜੀ ਦੁਕਾਨਦਾਰੀ ਹੋ ਰਹੀ ਹੈਗੀ ਹੈ ਉਹ ਹੈਗੀ ਹੈ। ਪਰ ਕੋਈ ਬੰਦਾ ਜਿਸ ਤਰ੍ਹਾਂ ਆਪਣਾ ਕੁੱਕੀ ਗਿੱਲ ਵਰਗੇ ਹੈਗੇ ਨੇ, ਜਿਨ੍ਹਾਂ ਨੇ ਇਸ ਚੀਜ਼ ਦਾ ਸੰਤਾਪ ਹੰਢਾਇਆ ਹੋਇਆ ਹੈਗਾ, ਜਾਂ ਕੋਈ ਜੇਲ੍ਹਾਂ ਕੱਟ ਕੇ ਆਏ ਹੈਗੇ ਨੇ, ਜਿਨ੍ਹਾਂ ਨੇ ਇੰਨੀਆਂ ਜਾਂ ਜਿਨ੍ਹਾਂ ਨੇ ਬਹੁਤ ਸੈਕਰੀਫਾਈ ਕਰੇ ਹੈਗੇ ਨੇ, ਉਹ ਲੋਕੀ ਬੋਲਣ ਅੱਛੇ ਵੀ ਲੱਗਦੇ ਹੈਗੇ ਨੇ, ਠੀਕ ਹੈ, ਕੋਈ ਚੰਗੀ ਗੱਲ ਕਰਨਗੇ ਹੈਗੇ। ਪਰ ਜਿਹੜੇ ਬੰਦਿਆਂ ਨੇ ਕਦੇ ਅੱਜ ਤੱਕ ਕਦੇ ਉਂਗਲੀ ਨਹੀਂ ਲਗਾਈ ਹੈਗੀ, ਕੋਈ ਉਹਨਾਂ ਦਾ ਵਾਲ ਵਿੰਗਾ ਨਹੀਂ ਹੋਇਆ ਹੈਗਾ, ਉਹ ਜਾ ਕੇ ਇਹ ਕਹਿਣ ਵੀ ਹਾਂ ਜੀ ਉੱਥੇ ਐਂ ਹੋ ਗਿਆ, ਵਾਹ ਹੋ ਗਿਆ ਹੈਗਾ, ਜਿਹੜੇ ਕਿ ਕਦੇ ਪਿਛਲੇ 30-40 ਸਾਲ ਦੇ ਵਿੱਚ ਇੱਥੇ ਪੰਜਾਬ ਦੇ ਵਿੱਚ ਨਹੀਂ ਆਏ ਹੈਗੇ, ਉੱਥੇ ਬੈਠ ਕੇ ਟਾਰਾ ਮਾਰੀ ਜਾਣ ਜੀ ਉੱਥੇ ਤਾਂ ਗੁਲਾਮ ਹੈਗੇ ਆ, ਫਲਾਨਾ ਹੈਗਾ। ਦੈਟਸ ਨੌਨਸੈਂਸ। ਤੁਸੀਂ ਕਦੇ ਉੱਥੋਂ ਦੀ ਗਵਰਨਮੈਂਟ ਨਾਲ ਇਹ ਇਸ਼ੂ ਟੇਕ ਅਪ ਕੀਤਾ? ਬਿਲਕੁਲ ਕਰਦਾ ਜੀ। ਮੈਂ ਤੁਹਾਨੂੰ ਤੁਹਾਡੇ ਔਨ ਰਿਕਾਰਡ ਦੱਸ ਦਿੰਦਾ ਹੈਗਾ ਜੀ, ਮੇਰੇ ਆਉਣ ਤੋਂ ਤਿੰਨ ਹਫ਼ਤੇ ਪਹਿਲਾਂ ਦੀ ਗੱਲ ਹੈਗਾ, ਜਿਹੜੀ ਵਾਸ਼ਿੰਗਟਨ DC ਤੋਂ ਜਿਹੜੀ ਜਸਟਿਸ ਡਿਪਾਰਟਮੈਂਟ ਹੈਗੀ, ਬੜੀ ਇੰਪੋਰਟੈਂਟ ਡਿਪਾਰਟਮੈਂਟ ਹੈਗੀ ਹੈ, ਜਿਨ੍ਹਾਂ ਨੇ ਕਿ ਅੱਜ ਕੱਲ੍ਹ ਮਿਸਟਰ ਜਿਹੜੇ ਸਾਡੇ ਪ੍ਰੈਜ਼ੀਡੈਂਟ ਹੈਗੇ ਨੇ, ਟਰੰਪ ਹੈਗੇ ਨੇ, ਉਹਨਾਂ ਨੂੰ ਪ੍ਰੋਸੀਕਿਊਟ ਕਰ ਰਹੇ ਹੈਗੇ ਆ। ਉਹਨਾਂ ਦਾ ਜਿਹੜਾ ਡਾਇਰੈਕਟਰ ਹੈਗਾ ਸੀ, ਸਿਲੀਕਨ ਵੈਲੀ ਦੇ ਵਿੱਚ ਆਏ ਹੈਗੇ ਸੀਗੇ। ਕੁਛ ਲੋਕਾਂ ਨੂੰ ਹੋਰ ਨੂੰ ਮਿਲੇ ਹੈਗੇ ਨੇ, ਪਰ ਮੇਰੇ ਨਾਲ ਇੱਕ 1-on-1 ਮੀਟਿੰਗ ਹੋਈ ਹੈਗੀ ਹੈ, ਆਲਮੋਸਟ 2 ਘੰਟਿਆਂ ਦੀ ਮੀਟਿੰਗ ਹੈਗੀ ਹੈ। 2 ਘੰਟਿਆਂ ਦੀ ਮੀਟਿੰਗ ਵਿੱਚ ਐਗਜ਼ੈਕਟਲੀ ਬਰੀਫਿੰਗ ਹੋਈ ਹੈਗੀ ਹੈ। ਮੈਂ ਉਹਨਾਂ ਨੂੰ ਇਹੀ ਦੱਸਿਆ ਹੈ ਕਿ ਵੀ ਦੇਖੋ, ਅਸੀਂ ਇੱਕ ਸ਼ਾਂਤੀ ਪਸੰਦ ਲੋਕ ਹੈਗੇ ਆ, ਸਾਡੇ 100 ਸਾਲ ਤੋਂ ਜ਼ਿਆਦਾ ਇੱਥੇ ਲੋਕਾਂ ਦੀ, ਸਿੱਖਾਂ ਦੀ ਮਿਹਨਤ ਹੈਗੀ ਹੈ, ਪੰਜਾਬੀਆਂ ਦੀ ਮਿਹਨਤ ਹੈਗੀ ਹੈ, ਅਸੀਂ ਉਹ ਕਰਕੇ ਆਏ ਹੈਗੇ ਆ। ਪਰ ਜਿਹੜੇ ਲੋਕੀ ਇਹ ਤੋੜਦੇ ਹੈਗੇ ਨੇ, ਭੰਨ ਤੋੜ ਕਰਦੇ ਹੈਗੇ ਨੇ, ਕਿਸੇ ਨੇ ਗਾਂਧੀ ਦਾ ਬੁੱਤ ਤੋੜ ਦਿੱਤਾ ਹੈਗਾ, ਕਦੇ ਕਿਸੇ ਦੀ ਪੱਗ ਲਾ ਦਿੱਤੀ, ਕਿਸੇ ਨੂੰ ਕੁੱਟਣ ਮਾਰਨ ਦੀ ਗੱਲ ਕਰਦੇ ਨੇ, ਵਾਇਲੈਂਸ ਕਰਦੇ ਹੈਗੇ ਨੇ, ਸਾਡਾ ਉਹਨਾਂ ਲੋਕਾਂ ਦੇ ਨਾਲ ਕੋਈ ਤਾਲੁਕਾਤ ਨਹੀਂ। ਜੇਕਰ ਉਹਨਾਂ ਦੇ ਪੱਗ ਵੀ ਬੰਨੀ ਹੈਗੀ ਹੈ, ਇਹਦਾ ਮਤਲਬ ਇਹ ਨਹੀਂ ਹੈਗਾ ਵੀ ਤੁਸੀਂ ਸਾਰੇ ਸਿੱਖਾਂ ਨੂੰ ਬਦਨਾਮ ਕਰੋ ਹੈਗੋ। ਜੇ ਕੋਈ ਖਾਲਿਸਤਾਨ ਦੀ ਕੋਈ ਇੱਦਾਂ ਦੀ ਬੰਦਾ ਕੋਈ ਗੱਲ ਕਰਦਾ ਵੀ ਉਹ ਖਾਲਿਸਤਾਨ ਦੀ ਗੱਲ ਕਰਦਾ ਹੈਗਾ, ਤੇ ਉਹ ਉਲਟੇ ਕੋਈ ਇੱਦਾਂ ਦੇ ਗਲਤ ਕੰਮ ਕਰਦਾ ਹੈਗਾ, ਇਹਦਾ ਮਤਲਬ ਇਹ ਨਹੀਂ ਹੈਗਾ ਵੀ ਸਾਰੇ ਖਾਲਿਸਤਾਨੀ ਮਾੜੇ ਹੈਗੇ ਨੇ। ਮੈਂ ਉਸ ਚੀਜ਼ ਤੇ ਹਮੇਸ਼ਾ ਮੈਂ ਇਹ ਨਹੀਂ ਹੈਗਾ ਵੀ ਅਮਰੀਕਾ ਦੀ ਜਿਹੜੀ ਹੈਗੀ ਹੈ, ਜਿਹੜੀ ਜਸਟਿਸ ਡਿਪਾਰਟਮੈਂਟ ਹੋ ਗਈ ਹੈਗੀ, FBI ਹੋ ਗਈ ਹੈਗੀ, ਐਂਡ ਆਈ ਐਮ ਇਨ ਟੱਚ ਵਿਦ ਦੈਮ। ਮੈਂ ਕਦੇ ਡਰਾਈ ਨਹੀਂ ਕਰਦਾ ਹੈਗਾ। ਤੁਹਾਨੂੰ ਫਿਰ ਇੰਡੀਅਨ ਗਵਰਨਮੈਂਟ ਤਾਂ ਬਹੁਤ ਨੇੜੇ ਰੱਖਦੇ ਹੋਊਗੀ, ਹਾਂ ਭਾਈ ਇਹ ਬਹੁਤ ਵਧੀਆ ਗੱਲ ਕਰਦੇ ਪਏ। ਨਹੀਂ, ਨੇੜੇ ਰੱਖਣ ਦੀ ਕੋਈ ਗੱਲ ਨਹੀਂ ਹੈਗੀ। ਮੈਂ ਦੇਖੋ, ਮੈਂ ਕੋਈ ਦੂਰ ਵੀ ਕਿਸੇ ਤੋਂ ਨਹੀਂ ਹੈਗਾ। ਮੈਂ ਕਿਉਂ ਦੂਰ ਹੋਵਾਂ ਹੈਗਾ ਨਾ? ਦੇਖੋ, ਮੇਰਾ ਮੁਲਕ ਹੈਗਾ, ਐਂਡ ਆਫ ਦਾ ਡੇ ਮੇਰਾ ਮੁਲਕ ਹੈਗਾ, ਮੇਰੇ ਮੁਲਕ ਨੇ, ਮੇਰੇ ਲੋਕ ਹੈਗੇ ਨੇ, ਤੁਸੀਂ ਵੀ ਸਾਡੇ ਹੈਗੇ ਹੋ, ਉਹ ਸਾਡਾ ਅਮਰੀਕਾ ਵੀ ਜਿਹੜਾ ਉਹ ਵੀ ਸਾਡਾ ਹੈਗਾ। ਔਰ ਅਸੀਂ ਨਹੀਂ ਗੱਲ ਕਰਾਂਗੇ ਹੈਗੇ, ਜੇਕਰ ਅਸੀਂ ਜਦੋਂ ਕ੍ਰਾਈਸਿਸ ਆਉਂਦਾ ਹੈਗਾ, ਜਦੋਂ ਪੰਗੇ ਪੈਂਦੇ ਹੈਗੇ ਨੇ, ਅਸੀਂ ਜਾ ਕੇ ਜੇਕਰ ਕੋਈ ਟੇਬਲ ਟਾਕ ਕਰਨੀ ਹੈਗੀ ਹੈ, ਓਬਵੀਅਸਲੀ ਅਸੀਂ ਇੰਡੀਅਨ ਗਵਰਨਮੈਂਟ ਦੇ ਨਾਲ ਹੀ ਕਰਾਂਗੇ ਹੈਗੇ। ਕਿਹਦੇ ਲਈ ਕਰੀ ਹੈਗੀ ਸੀਗੀ? ਤੁਸੀਂ ਜਾ ਕੇ ਕਢਾ ਕੇ ਦੇਖ ਲਓ ਹੈਗੇ, ਪਿਛਲੇ 4-5 ਸਾਲ ਦੇ ਰਿਕਾਰਡ ਕਢਾ ਕੇ ਦੇਖ ਲਓ ਹੈਗੇ, ਜਿਹੜੀਆਂ ਮੀਟਿੰਗਾਂ ਦੇ ਵਿੱਚੋਂ ਜਿਹੜੇ ਰਿਜ਼ਲਟ ਨਿਕਲੇ ਹੈਗੇ ਨੇ। ਬਲੈਕ ਲਿਸਟ ਖਤਮ ਜਿਹੜੀ ਹੋਈ ਹੈਗੀ ਸੀ, ਕਿੰਨੇ ਲੋਕੀ ਬਲੈਕ ਲਿਸਟ ਦੇ ਵਿੱਚ ਫਸੇ ਹੋਏ ਹੈਗੇ ਸੀਗੇ, ਉਹਨਾਂ ਨੂੰ ਕਢਾਉਣ ਦੇ ਵਿੱਚ ਸੁਖੀ ਚਹਿਲ ਦਾ ਕੀ ਕੰਟਰੀਬਿਊਸ਼ਨ ਹੈਗਾ, ਮੈਂ ਪਰਮਾਤਮਾ ਤੋਂ ਡਰ ਕੇ ਬ੍ਰੈਗ ਨਹੀਂ ਕਰਨਾ ਚਾਹੁੰਦਾ ਹੈਗਾ। ਔਰ ਜਿਹੜੇ ਉੱਥੇ ਬੱਚੇ ਚਲੇ ਗਏ ਹੈਗੇ ਸੀ ਯੰਗ ਏਜ ਦੇ ਵਿੱਚ, ਜਾਂ ਕੁਝ ਲੋਕੀ ਜਿਨ੍ਹਾਂ ਨੇ ਉੱਥੇ ਪੋਲੀਟੀਕਲ ਅਸਾਈਲਮ ਅਮਰੀਕਾ ਦੇ ਵਿੱਚ ਲਿਆ ਹੋਇਆ ਹੈਗਾ ਸੀਗਾ, ਉਹਨਾਂ ਨੂੰ ਵਾਪਸ ਆਉਣ ਦੇ ਵਿੱਚ ਕੋਈ 15-20-30 ਸਾਲ ਦੇ ਉੱਥੇ ਲੋਕੀ ਫਸੇ ਹੋਏ ਹੈਗੇ ਸੀਗੇ। ਉਹਦੇ 'ਚ ਸੁਖੀ ਚਹਿਲ ਦੀ ਕੰਟਰੀਬਿਊਸ਼ਨ ਹੈ, ਔਰ ਬੋਲਦੀ ਹੈ, ਔਰ ਹਰ ਇੱਕ ਜਗ੍ਹਾ ਤੇ ਬੋਲਦੀ ਹੈ। ਉਹ ਦਿੱਲੀ 'ਚ ਵੀ ਬੋਲਦੀ ਹੈਗੀ ਹੈ। ਪਰ ਉਹਦੇ ਵਿੱਚ ਜੇਕਰ ਉਹ ਕੰਮ ਹੋਏ ਹੈਗੇ ਨੇ, ਤਾਂ ਓਬਵੀਅਸਲੀ ਜੇਕਰ ਗੌਰਮੈਂਟ ਦੇ ਨਾਲ ਬੈਠ ਕੇ ਅਸੀਂ ਐਮਬੈਸੀਆਂ 'ਚ ਵੀ ਜਾਵਾਂਗੇ, ਅਸੀਂ ਕੌਂਸਲੇਟਾਂ 'ਚ ਵੀ ਜਾਵਾਂਗੇ। ਮੈਂ ਪ੍ਰਾਈਮ ਮਿਨਿਸਟਰ ਜਦੋਂ ਮੋਦੀ ਸਾਹਿਬ ਨੇ ਸਹੁੰ ਚੁੱਕੀ ਹੈਗੀ ਹੈ, ਮੈਂ ਸੈਕੰਡ ਰੋ ਦੇ ਵਿੱਚ ਬੈਠਾ ਹੋਇਆ ਹੈਗਾ ਸੀ, ਮੈਂ ਡਰਾਈ ਨਹੀਂ ਕਰਦਾ ਹੈਗਾ। ਰਾਸ਼ਟਰਪਤੀ ਭਵਨ ਦੇ ਵਿੱਚ ਸਾਡਾ ਵੀ ਐਕਸੈਸ ਹੈਗਾ, ਅਸੀਂ ਕਰਦੇ ਹੈਗੇ ਆ। ਉਹ ਤਾਂ ਹੀ ਹੋ ਸਕਦਾ ਹੈਗਾ ਜੇ ਸਰਕਾਰਾਂ ਦੇ ਨਾਲ ਗੱਲ ਕਰਾਂਗੇ ਹੈਗੇ। ਹੁਣ ਜੇ ਸਰਕਾਰਾਂ ਨਾਲ ਗੱਲ ਕਰਦੇ ਦਾ ਮਤਲਬ ਇਹ ਤਾਂ ਨਹੀਂ ਹੈਗਾ ਅਸੀਂ ਉਹਨਾਂ ਸਰਕਾਰਾਂ ਦੇ ਹੈਗੇ ਆ। ਸਾਡਾ ਜਿਹੜੀ USA ਦੀ ਸਰਕਾਰ ਆ, ਉਹ ਵੀ ਸਾਡੀ ਉਨੀ ਹੈਗੀ ਹੈ। ਅਸੀਂ ਇਹਨਾਂ ਦੇ ਨਾਲ ਵੀ ਅੱਛੇ ਰਿਲੇਸ਼ਨ ਚਾਹੁੰਦੇ, ਅਸੀਂ ਚਾਹੁੰਦੇ ਹੈਗੇ ਦੋਨੋਂ ਮੁਲਕਾਂ ਦਾ ਅੱਛਾ ਰਹੇਗਾ। ਤੁਸੀਂ ਬਲੈਕ ਲਿਸਟ ਦਾ ਜ਼ਿਕਰ ਕੀਤਾ, ਬਲੈਕ ਲਿਸਟ ਵਿੱਚ ਕਿੰਨੇ ਨਾਮ ਸੀਗੇ, ਕਿੰਨੇ ਜਣਾਂ ਦੀ ਸੂਚੀ ਸੀ, ਕਿਹੜੀ ਹੈ ਜਿਹੜੀ ਸੂਚੀ ਰਿਮੂਵ ਹੋਈ ਹੈ? 302 ਹੈਗੇ ਸੀਗੇ, ਉਹਦੇ ਵਿੱਚੋਂ 2 ਜਿਹੜੇ ਹੈਗੇ ਸੀ ਉਹਨਾਂ ਦੀ ਹਲੇ ਤੱਕ ਵੀ ਚੱਲ ਰਹੀ ਹੈਗੀ ਹੈ। ਬਾਕੀ ਜਿਹੜੇ ਉਹਨਾਂ ਨੂੰ ਕਿਸੇ ਨੂੰ ਕੋਈ ਨਹੀਂ ਰੋਕਿਆ ਜਾ ਰਿਹਾ। ਸੂਚੀ ਜਨਤਕ ਹੈ? ਨਹੀਂ ਕਰਦੇ ਹੈਗੇ ਜੀ। ਵਜ੍ਹਾ ਉਹ ਤਾਂ ਸਰਕਾਰ ਦੱਸ ਸਕਦੀ ਹੈਗੀ ਜੀ। ਜੇ ਤੁਸੀਂ ਰਿਮੂਵ ਕਰਾਈ ਤੁਹਾਡੇ ਕੋਲ ਤਾਂ ਹੋਊਗੀ ਨਾ ਸੂਚੀ? ਨਹੀਂ, ਜਿਹੜੇ ਸਾਨੂੰ ਨਾਂ ਦਿੱਤੇ ਗਏ ਹੈਗੇ ਸੀ, ਜਿਹੜੇ ਮੇਨ ਨਾਂ ਹੈਗੇ ਸੀ, ਉਹਦੇ ਵਿੱਚੋਂ ਕਾਫੀ ਬੰਦੇ ਜਿਹੜੇ ਫਸੇ ਵੀ ਹੋਏ ਸੀ, ਜਿਹੜੇ ਨਹੀਂ ਆਏ ਹੈਗੇ ਸੀ, ਉਹ ਪਬਲਿਕ ਦੇ ਵਿੱਚ, ਜਨਤਾ ਦੇ ਸਾਹਮਣੇ ਇੱਥੇ ਇੰਡੀਆ ਦੇ ਵਿੱਚ ਆ ਕੇ ਸੂਚੀ ਜਨਤਕ ਕਰ ਦਿਓ। ਮੈਨੂੰ ਇੱਦਾਂ ਨਹੀਂ, ਦੇਖੋ ਹਰ ਇੱਕ ਚੀਜ਼ ਦੀ ਕੋਈ ਪ੍ਰਾਈਵੇਸੀ ਹੁੰਦੀ ਹੈਗੀ ਹੈ। ਜੇ ਤੁਹਾਡਾ ਕੋਈ ਨਾਂ ਆਇਆ ਹੋਵੇਗਾ, ਤੁਹਾਡੀ ਫੈਮਿਲੀ ਦੇ ਵਿੱਚੋਂ ਕਿਸੇ ਦਾ ਹੋਵੇ ਹੈਗੇ, ਆਪਾਂ ਨਹੀਂ ਕਰ ਸਕਦੇ ਹੈਗੇ। ਕੋਈ ਪ੍ਰਾਈਵੇਸੀ ਹੁੰਦੀ ਹੈ, ਉਹਦੀ ਵਾਇਓਲੇਸ਼ਨ ਕਰਕੇ। ਸੁਖੀ ਚਹਿਲ ਜੀ, ਇਹ ਸਿੱਖ ਕਮੇਟੀ ਦਾ ਸਵਾਲ ਹੈ, ਮੇਰਾ ਸਵਾਲ ਨਹੀਂ। ਹਾਂਜੀ, ਉਹ ਕਹਿੰਦੇ ਬਲੈਕ ਲਿਸਟ ਨੂੰ ਦੱਸ ਦਿਓ ਨਾ, ਕਿੰਨੇ ਨਾਮ ਸੀਗੇ ਵਿੱਚ? ਦੇਖੋ, ਜਿਹੜੇ ਲੋਕੀ ਆਏ ਹੈਗੇ ਨੇ, ਜਿਹੜੇ ਫਸੇ ਹੋਏ ਹੈਗੇ ਸੀ, ਉਸ ਬੰਦੇ ਨੂੰ ਤਾਂ ਪਤਾ ਹੁੰਦਾ ਹੈਗਾ ਨਾ। ਜੇ ਉੱਥੇ ਬਲੈਕ ਲਿਸਟ ਸੀ ਤਾਂ ਹੀ ਉਹ ਨਹੀਂ ਆ ਰਹੇ ਹੈਗੇ ਸੀਗੇ। ਉਹ ਬਲੈਕ ਲਿਸਟ ਦੇ ਵਿੱਚੋਂ ਜਿਹੜੇ ਨਾਂ ਕੱਟੇ ਹੈਗੇ ਨੇ, ਕਿੰਨੇ ਲੋਕੀ ਆਏ ਨੇ, ਕਿੰਨੇ ਲੋਕੀ ਆ ਕੇ ਬਾਅਦ ਵਿੱਚ ਕੰਟਰੋਵਰਸੀ ਵੀ ਹੋਈ ਹੈ ਵੀ ਇਹ ਹੁਣ ਤੱਕ ਹੁਣ ਕੋਈ ਬਲੈਕ ਲਿਸਟ ਹੈਗੀ ਹੈ ਜਾਂ ਬਣ ਰਹੀ ਹੈ?
ਫਿਲਹਾਲ ਮੈਨੂੰ ਲੱਗਦਾ ਨਹੀਂ ਹੈਗਾ, ਪਰ ਜਿਹੜੀਆਂ ਮੈਂ ਤਾਂ ਮੀਡੀਆ ਦੇ ਖਬਰਾਂ ਤੋਂ ਹੀ ਲੱਗਦਾ ਹੈਗਾ ਵੀ ਜਿਹੜੀ ਪੰਨ ਤੋੜ ਹੋ ਰਹੀ ਹੈਗੀ ਹੈ ਉੱਥੇ, ਜਿਨ੍ਹਾਂ ਲੋਕਾਂ ਦਾ ਜਿਹੜਾ ਕੋਈ ਇਦਾਂ ਦੇ ਕੋਈ ਵਾਇਲੈਂਸ ਕਰਨਗੇ ਹੈਗੇ, ਓਬਵੀਅਸਲੀ ਉਹਨਾਂ ਦੇ ਖਿਲਾਫ ਕੋਈ ਕੇਸ ਰਜਿਸਟਰ ਹੁੰਦੇ ਹੈਗੇ ਨੇ, ਕੱਲ ਨੂੰ ਇਹ ਇਸ਼ੂ ਬਣ ਸਕਦਾ ਹੈਗਾ। ਐਨਐਸਏ ਲਗਾਉਣਾ ਜਾਇਜ਼ ਹੈ? ਗਲਤ ਹੈ ਜੀ। ਅਮਰਪਾਲ ਤੇ ਐਨਐਸਏ ਲੱਗਿਆ ਜਾਇਜ਼ ਮੰਨਦੇ ਹੋ? ਨਹੀਂ, ਇਹ ਸ਼ਾਇਦ ਮੈਂ ਇਸ ਚੀਜ਼ ਦੇ ਨਾਲ ਐਗਰੀ ਨਹੀਂ ਕਰਦਾ ਹੈਗਾ। ਬਾਕੀ ਜਿਹੜਾ ਲੋਕਲ ਕਾਨੂੰਨ ਹੁੰਦਾ ਹੈਗਾ ਮੈਂ ਉਹਦੇ ਵਿੱਚ ਜ਼ਿਆਦਾ, ਕਿਉਂਕਿ ਐਜ਼ ਏ NRI ਮੈਂ ਜ਼ਿਆਦਾ ਇੰਟਰਫੇਅਰ ਨਹੀਂ ਕਰਦਾ ਹੈਗਾ। ਦੇਖੋ ਕਿਸੇ 'ਚ ਵੀ NSA ਲਗਾ ਦੇਣਾ ਹੈਗਾ, ਠੀਕ ਹੈ, ਬੰਦਾ ਗਲਤੀਆਂ ਕਰਦਾ ਹੈਗਾ, ਠੀਕ ਹੈ, ਕੋਈ ਐਡੀ ਜ਼ਿਆਦਾ ਕੋਈ ਹੋਵੇ ਨੇਸ਼ਨ ਜਿਹੜੀ ਸਿਕਿਉਰਿਟੀ ਨੂੰ ਕੋਈ ਥ੍ਰੈਟ ਹੋਵੇ ਹੈਗੇ, ਫਿਰ ਤਾਂ ਆਪਾਂ ਸੋਚ ਸਕਦੇ ਹੈਗੇ ਹਾਂ। ਬਟ ਆਈ ਡੋਂਟ ਨੋ ਕਿ ਵੀ ਸ਼ਾਇਦ ਉਹ ਗਲਤ ਹੋਊਗਾ ਹੈਗਾ। ਲੈਟਸ ਸੀ ਕਿ ਕੀ ਹੁੰਦਾ ਹੈਗਾ। ਐਨਐਸਏ ਤੋਂ ਬਾਅਦ ਪੋਲੀਟੀਕਲ ਅਸਾਈਲਮ ਦਾ ਮੁੱਦਾ ਜੁੜਦਾ, ਤੁਹਾਨੂੰ ਲੱਗਦਾ ਵੀ ਇਹ ਜੁੜਦਾ, ਕਨੈਕਸ਼ਨ ਹੁੰਦਾ ਆਪਸ? ਨਹੀਂ ਜੀ, ਨਹੀਂ। ਪੋਲੀਟੀਕਲ ਇਸ਼ੂ ਦਾ ਇਹ ਹੁੰਦਾ ਹੈਗਾ, ਪੋਲੀਟੀਕਲ ਅਸਾਈਲਮ ਦਾ ਵੀ ਇਹ ਇਸ਼ੂ ਹੁੰਦਾ ਹੈਗਾ ਵੀ ਤੁਸੀਂ ਅਮਰੀਕਾ ਦੇ ਵਿੱਚ ਜਾਂਦੇ ਹੈਗੇ, ਜੇ ਤੁਹਾਨੂੰ ਇੱਥੇ ਕੋਈ ਤੁਹਾਡਾ ਕੋਈ ਇੱਦਾਂ ਦਾ ਕੋਈ ਇਨਸੀਡੈਂਟ ਹੈਗਾ, ਤੁਸੀਂ ਇਨਵੋਲਵ ਹੈਗੇ ਹੋ, ਉੱਥੇ ਜਾ ਕੇ ਫਿਰ ਤੁਹਾਨੂੰ ਪੋਲੀਟੀਕਲ ਅਸਾਈਲਮ ਤੁਸੀਂ ਸੀਕ ਕਰ ਸਕਦੇ ਹੈਗੇ ਹੋ, ਮੰਗ ਸਕਦੇ ਹੈਗੇ ਹੋ। ਪਰ ਜੇਕਰ ਤੁਹਾਡਾ ਇੱਥੇ ਕੋਈ ਕੁਛ ਨਹੀਂ ਹੈਗਾ, ਉੱਥੇ ਜਾ ਕੇ ਤੁਸੀਂ ਹਵਾ ਦੇ ਵਿੱਚ ਗੱਲਾਂ ਬਣਾਓ ਜਾਂ ਉੱਥੇ ਜਾ ਕੇ ਲੈਟਰ ਲਵੋ ਵੀ ਹਾਂ ਜੀ ਸਾਨੂੰ ਐਂ ਸੀ ਵਾਹ ਸੀ, ਫਿਰ ਉੱਥੇ ਉਹ ਜਿਹੜਾ ਉੱਥੋਂ ਦਾ ਜਸਟਿਸ ਸਿਸਟਮ ਹੈਗਾ ਇੰਨਾ ਵੀ ਵੀਕ ਨਹੀਂ ਹੈਗਾ, ਉਹ ਵੀ ਸਾਰੀ ਇਨਕੁਆਇਰੀ ਕਰ ਲੈਂਦੇ। ਮੈਂ ਇੱਕ ਹੋਰ ਛੋਟਾ ਬ੍ਰੇਕ ਲੈ ਲਵਾਂ ਜੀ, ਇੱਕ ਹੋਰ ਬ੍ਰੇਕ ਲਵਾਂਗੇ, ਬ੍ਰੇਕ ਤੋਂ ਵਾਪਸ ਆਵਾਂਗੇ। ਪੋਲੀਟੀਕਲ ਅਸਾਈਲਮ ਵਾਲਾ ਸਵਾਲ ਹੈ ਜਿਹੜਾ ਉਹ ਬਹੁਤ ਮਹੱਤਵਪੂਰਨ ਹੈ, ਤੇ ਵਾਪਸ ਆ ਕੇ ਇਹ ਸਵਾਲ ਹੋਵੇਗਾ ਜ਼ਰੂਰ। ਇੱਕ ਵਾਰ ਫਿਰ ਤੁਹਾਡਾ ਸਵਾਗਤ ਕਰਦੇ ਹਾਂ। ਸੁਖੀ ਚਾਲ ਜੀ, ਮੈਂ ਪੋਲੀਟੀਕਲ ਅਸਾਈਲਮ ਵਾਲਾ ਸਵਾਲ ਕੀਤਾ ਸੀ, ਉਹ ਇਸ ਲਈ ਮੈਂ ਸਵਾਲ ਕਰ ਰਿਹਾ ਕਿਉਂਕਿ ਬਹੁਤ ਲੋਕਾਂ ਨੇ ਚਿੱਠੀਆਂ ਲਿਜਾ ਕੇ ਪੋਲੀਟੀਕਲ ਅਸਾਈਲਮ ਲਿੱਤੀ ਹੈ। ਕੀ ਅਮਰਤਪਾਲ ਵਾਲੇ ਸਵਾਲ ਵਿੱਚ ਪੋਲੀਟੀਕਲ ਅਸਾਈਲਮ ਵਾਲਾ ਸਵਾਲ ਹੈ ਜਾਂ ਸਿਰਫ ਖਬਰਾਂ ਫੈਲਾਈਆਂ ਗਈਆਂ ਕਿ ਪੋਲੀਟੀਕਲ ਅਸਾਈਲਮ ਦੀ ਡਿਮਾਂਡ ਅਮਰਤਪਾਲ ਵੱਲੋਂ ਕਦੇ ਕੀਤੀ ਗਈ ਸੀ? ਇਸ ਖਬਰ ਵਿੱਚ ਕੋਈ ਸੱਚ ਹੈ? ਕਿਹੜੀ ਕੰਟਰੀ ਤੋਂ? ਉਸ ਦਾ UK ਤੋਂ ਕੀਤੀ ਹੋ? ਮੈਨੂੰ ਮੇਰੀ ਨੌਲੇਜ ਦੇ ਵਿੱਚ ਕੋਈ ਇਦਾਂ ਦੀ ਕੋਈ ਉਹ ਨਹੀਂ ਹੈਗਾ ਜੀ। ਤੁਸੀਂ ਜੇ ਕੀਤੀ ਹੋਵੇ ਅਮਰਤਪਾਲ ਨੇ ਇਹ ਡਿਮਾਂਡ, ਹਾਂਜੀ, ਸੁਖੀ ਚਾਲ ਸਪੋਰਟ ਕਰਦੇ? ਨਹੀਂ, ਦੇਖੋ ਪੋਲੀਟੀਕਲ ਅਸਾਈਲਮ ਪਹਿਲੀ ਗੱਲ ਤਾਂ ਜੇ ਤੁਸੀਂ ਇੱਥੇ ਰਹਿ ਕੇ ਨਹੀਂ ਕਰ ਸਕਦੇ ਹੈਗੇ। ਪੋਲੀਟੀਕਲ ਅਸਾਈਲਮ ਜੇ ਤੁਸੀਂ ਅਮਰੀਕਾ ਦੇ ਵਿੱਚ ਐਂਟਰ ਕਰ ਗਏ ਹੈਗੇ, ਚਾਹੇ ਤੁਸੀਂ ਮੈਕਸੀਕੋ ਤੋਂ ਐਂਟਰ ਕਰੇ ਹੈਗੇ, ਚਾਹੇ ਤੁਸੀਂ ਇਲੀਗਲ ਕਰੇ ਹੈਗੇ ਹੋ, ਫਿਰ ਤੁਸੀਂ ਉਸ ਮੁਲਕ ਦੇ ਵਿੱਚ ਹੈਗੇ ਹੋ, ਫਿਰ ਤੁਸੀਂ ਪੋਲੀਟੀਕਲ ਅਸਾਈਲਮ ਮੰਗ ਸਕਦੇ ਹੈਗੇ ਹੋ। ਉਹ ਹੈਗਾ ਵੀ ਮੈਜੋਰਿਟੀ ਆਫ ਦਾ ਟਾਈਮ ਜਿਹੜਾ 99.9% ਹੁੰਦਾ ਹੈ ਨਾ। ਇਹ ਵੀ ਹੋ ਸਕਦਾ ਹੈਗਾ ਵੀ ਸੁਣਨ ਦੇ ਵਿੱਚ ਆਇਆ ਹੈਗਾ ਵੀ ਕਿਸੇ ਕੰਟਰੀ ਦੀ ਤੁਸੀਂ ਲੋਕਲ ਐਮਬੈਸੀ ਦੇ ਐਂਟਰ ਕਰਕੇ ਜਾ ਕੇ ਉੱਥੇ, ਕਿਉਂਕਿ ਜਿਹੜੀ ਐਮਬੈਸੀ ਦੀ ਜਿਹੜੀ ਟੈਰੀਟਰੀ ਹੁੰਦੀ ਹੈਗੀ ਹੈ, ਬਿਲਡਿੰਗ ਵੀ ਹੁੰਦੀ ਹੈਗੀ, ਜਿਹੜੀ ਜਗ੍ਹਾ ਹੁੰਦੀ ਹੈਗੀ ਹੈ, ਉਸ ਮੁਲਕ ਦੀ ਹੁੰਦੀ ਹੈ। ਚਾਹੇ ਉਹ ਜੇ ਸਪੋਕ ਕਰੋ US ਐਮਬੈਸੀ ਜਿਹੜੀ ਦਿੱਲੀ ਦੇ ਵਿੱਚ ਹੈਗੀ ਹੈ, ਜਿਹੜੀ ਉਹ ਜਗ੍ਹਾ ਹੈਗੀ ਹੈ ਉਹ ਅਮਰੀਕਾ ਦੀ ਹੈਗੀ ਹੈ, ਉਹ ਅਮਰੀਕਾ ਦੀ ਟੈਰੀਟਰੀ ਹੈਗੀ ਹੈ, ਉਹਨਾਂ ਦੀ ਡੋਮੇਨ ਦੇ ਵਿੱਚ ਆਉਂਦੀ ਹੈ। ਉਹਦੇ ਵਿੱਚ ਜਾ ਕੇ ਬੰਦਾ ਕੋਈ ਉਹ ਕਰ ਸਕਦਾ ਹੈਗਾ, ਮੰਗ ਸਕਦਾ ਹੈਗਾ, ਪੋਲੀਟੀਕਲ ਉਹ ਕਰ ਸਕਦਾ ਹੈਗਾ। ਪਰ ਮੈਨੂੰ ਇਦਾਂ ਦਾ ਕੋਈ ਮੇਰੇ ਦਿਮਾਗ ਦੇ ਵਿੱਚ ਨਹੀਂ ਹੈਗਾ ਵੀ ਕਿਸੇ ਨੇ ਕਰੀ ਹੋਵੇ ਪਹਿਲਾਂ ਜਾਂ ਇਹਨਾਂ ਵੱਲੋਂ ਕੋਈ ਕੋਸ਼ਿਸ਼ ਹੋਈ ਹੋਵੇ। ਚਲੋ ਮੈਨੂੰ ਇਹ ਦੱਸ ਦਿਓ, ਤੁਹਾਨੂੰ ਲੱਗਦਾ ਕਿ ਕੋਈ ਫੇਕ ਚਿੱਠੀਆਂ ਜਾਂ ਉਹਨਾਂ ਚਿੱਠੀਆਂ ਦੇ ਨਾਮ ਤੇ ਕੋਈ ਸੌਦਾ ਕਰਦਾ ਪੋਲੀਟੀਕਲ ਅਸਾਈਲਮ ਦੇ ਰੂਪ ਵਿੱਚ? ਲੱਗਦਾ ਬਹੁਤ ਲੋਕੀ ਕਰੀ ਜਾਂਦੇ ਹੈਗੇ ਨੇ ਜੀ, ਬਹੁਤ ਲੋਕੀ ਚੱਲਦਾ ਹੈਗਾ ਇਹ। ਤਾਂ ਦੇਖੋ ਸਭ ਤੋਂ ਅਨਫੋਰਚੂਨੇਟਲੀ ਇਹ ਹੈਗੇ ਵੀ ਦੇਖੋ ਜਿਹੜੇ ਮੈਜੋਰਿਟੀ ਆਫ ਦਾ ਲੋਕੀ ਇੱਥੇ ਗਏ ਹੈਗੇ ਨੇ, ਪੰਜਾਬੀ ਸਪੈਸ਼ਲੀ ਜਿਹੜੇ ਪੰਜਾਬੀ ਗਏ ਹੈਗੇ ਨੇ ਅਸਾਈਲਮ ਲੈਣਾ, ਜਦੋਂ ਤੁਸੀਂ ਇੱਕ ਵਾਰੀ ਉੱਥੇ ਮੁਲਕ ਦੇ ਵਿੱਚ ਪਹੁੰਚ ਜਾਣੇ ਹੈਗੇ ਹੋ, ਕੋਈ ਨਾ ਕੋਈ ਤੁਹਾਨੂੰ ਹੱਥ ਕੰਡੇ ਤੁਹਾਨੂੰ ਵਰਤਣੇ ਪੈਂਦੇ ਹੈਗੇ ਨੇ। ਵੀ ਚਲੋ ਠੀਕ ਹੈ, ਇਹਦਾ ਮਤਲਬ ਇਹ ਨਹੀਂ ਹੈਗਾ ਵੀ ਜਿਹੜੇ ਸਾਰੇ ਲੋਕੀ ਉੱਥੇ ਪੋਲੀਟੀਕਲ ਅਸਾਈਲਮ ਲੈ ਰਹੇ ਹੈਗੇ ਨੇ ਅਮਰੀਕਾ ਦੇ ਵਿੱਚ ਔਰ ਉਹ ਸਾਰੇ ਪੋਲੀਟੀਕਲ ਵਿਕਟਮ ਹੈਗੇ ਨੇ। ਨਹੀਂ, ਉਹਨਾਂ ਦੇ ਕੋਲੇ ਇੱਕ ਚਲੋ ਤਰੀਕਾ ਹੈਗਾ, ਇੱਕ ਆਪਸ਼ਨ ਹੈਗਾ ਸੀ, ਉਹਨਾਂ ਨੇ ਯੂਜ਼ ਕਰਕੇ ਦੇਖ ਲਿਆ ਹੈਗਾ ਵੀ ਹਾਂ ਸਾਨੂੰ ਜੀ ਪਿੱਛੇ ਪਰੇਸ਼ਾਨੀ ਹੈਗੀ, ਇਸ ਕਰਕੇ ਅਸੀਂ ਅਸਾਈਲਮ ਉਹ ਕਰਦੇ ਹੈਗੇ ਹਾਂ, ਔਰ ਬਹੁਤ ਲੋਕਾਂ ਦੀਆਂ ਉੱਥੇ ਅਪਰੂਵ ਵੀ ਹੋ ਗਈਆਂ ਹੈਗੀਆਂ। ਪਰ ਇਹਦਾ ਮਤਲਬ ਇਹ ਨਹੀਂ ਹੈਗਾ ਵੀ ਉਹ ਵਾਕਈ ਉਹ ਪੋਲੀਟੀਕਲ ਵਿਕਟਮ ਸੀ, ਕਿਉਂਕਿ ਇੱਕ ਸਿਸਟਮ ਵਿਕਟਮ ਹੈਗਾ ਸੀ। ਅਸੀਂ ਪਿੱਛੋਂ ਕਾਫੀ ਸੰਤਾਪ ਹੰਢਾਇਆ ਹੈਗਾ, ਉਹ ਸਿਸਟਮ ਦੇ ਵਿੱਚ ਵੀ ਪਤਾ ਹੈਗਾ, ਤਾਂ ਕਰਕੇ ਉੱਥੇ ਅਸਾਈਲਮ ਮਿਲ ਜਾਂਦੀ ਹੈਗੀ ਹੈ। ਪਰ ਉਸ ਦੇ ਨਾਂ ਦੇ ਉੱਤੇ ਤੁਹਾਡਾ ਜਿਹੜਾ ਕੁਐਸਚਨ ਹੈਗਾ ਸੀ, ਉਹ ਈਵਨ ਕਿ ਪੋਲੀਟੀਕਲ ਸਿਸਟਮ ਦੇ ਉੱਤੇ ਵੀ ਆਪਣੇ ਪੰਜਾਬੀਆਂ ਦੇ ਵੱਲੋਂ ਇੱਕ ਬਹੁਤ ਵੱਡਾ ਇੱਕ ਗੋਰਖ ਧੰਦਾ ਉੱਥੇ ਵੀ ਚੱਲਦਾ ਹੈਗਾ। ਉੱਥੇ ਕਈ ਇੱਦਾਂ ਦੇ ਵਕੀਲ ਹੈਗੇ ਨੇ ਜਿਨ੍ਹਾਂ ਦੇ ਹੁਣ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਹੈਗਾ, ਉਹਨਾਂ ਦੇ ਜਿਹੜੇ ਕਿ ਆਪਣੇ ਆਪ ਨੂੰ ਕੌਮ ਦੇ ਵੱਡੇ ਲੀਡਰ ਕਹਾਉਂਦੇ ਹੈਗੇ ਨੇ, ਔਰ ਉਹਨਾਂ ਨੇ ਸਭ ਤੋਂ ਜ਼ਿਆਦਾ ਜਿਹੜੀ ਐਕਸਪਲੋਇਟੇਸ਼ਨ ਜਿਹੜੀ ਆਪਣੇ ਮੁੰਡਿਆਂ ਦੀ ਹੈਗੀ ਹੈ ਉਹ ਆਪ ਕਰਦੇ ਹੈਗੇ ਨੇ। ਇੱਕ ਪਾਸੇ ਕਹਿੰਦੇ ਹੈਗੇ ਨੇ ਅਸੀਂ ਖਾਲਿਸਤਾਨ ਬਣਾਉਣਾ ਹੈਗਾ, ਤੇ ਦੂਜੇ ਪਾਸੇ ਜਿਹੜੀ ਹੈਗੀ ਹੈ ਇਮੀਗ੍ਰੇਸ਼ਨ ਦੇ ਚੱਕਰ ਦੇ ਵਿੱਚ ਜਿਹੜੇ ਸਾਡੇ ਕੋਲੇ ਲੋਕੀ ਆਉਂਦੇ ਹੈਗੇ ਨੇ, ਮੇਰੇ ਕੋਲੇ ਹੈਗੇ ਨੇ, ਮੇਰੇ ਕੋਲੇ ਪਰਸਨਲੀ ਮੇਰੇ ਕੋਲੇ ਰਿਕਾਰਡ ਪਿਆ ਹੈਗਾ ਲੋਕਾਂ ਦਾ, ਔਰ ਉਹ ਕਹਿੰਦੇ ਜੀ ਸਾਡੀਆਂ ਜੇਲ੍ਹਾਂ ਦੇ ਵਿੱਚੋਂ ਜਾ ਕੇ ਕੋਈ ਟੈਕਸਸ ਦੀ ਜੇਲ੍ਹ 'ਚ ਹੈਗਾ, ਕਿਸੇ ਨੇ ਕਹਿਤਾ ਜੀ ਹਾਂ ਫਲਾਣਾ ਵਕੀਲ ਕਰ ਲਓ, ਉਹ 15,000 ਦੇ ਵਿੱਚ ਕਰ ਲਿਆ ਹੈਗਾ, ਉਹ ਬੰਦੇ ਉੱਥੇ ਉਹਦੀ ਡੇਟ ਤੇ ਨਹੀਂ ਜਾਂਦੇ ਹੈਗੇ, ਉੱਥੋਂ ਲੋਕਲ ਜਿਹੜਾ ਗੋਰਾ ਵਕੀਲ ਭੇਜ ਦਿੰਦੇ ਹੈਗੇ ਨੇ, 500 ਦੇ ਕੇ 700 ਦੇ ਕੇ ਉਹਦੀ ਤਰੀਕ ਕਰਤੀ, 1 ਕਰਤੀ 2 ਕਰਤੀ, ਇੱਦਾਂ ਲੋਕੀ ਵਿਚਾਰੇ ਖੱਜਲ ਖੁਆਰ ਹੁੰਦੇ। ਚਲੋ ਮਿਸਟਰ ਸੁੱਖੀ, ਪੋਲੀਟੀਕਲ ਅਸਾਈਲਮ ਦਾ ਇੱਕ ਬੇਸ ਹੁੰਦਾ ਜੀ,
ਬੈਕਗ੍ਰਾਉਂਡ ਹੁੰਦਾ ਜੀ। ਕਿਉਂ ਪੋਲੀਟੀਕਲ ਅਸਾਈਲਮ ਹੈ ਜਿਹੜੀ ਮੰਗੀ ਜਾਂਦੀ। ਬਿਲਕੁਲ। ਜਦੋਂ ਸਿੱਖਾਂ ਦੇ ਇੱਥੇ ਵੱਡੇ ਵੱਡੇ ਨੁਮਾਇੰਦੇ ਇਹ ਕਹਿੰਦੇ ਹੋਣ ਕਿ ਘੱਟ ਗਿਣਤੀਆਂ ਨੂੰ ਖਤਰਾ ਜੀ। ਹੈ ਦੇਸ਼ ਦੇ ਵਿੱਚ, ਤੁਸੀਂ ਉਸ ਨਾਲ ਇਤਫਾਕ ਰੱਖਦੇ ਹੋ? ਤੇ ਦੇਖੋ ਜੀ, ਮੇਰੇ ਕਹਿਣ ਦੇ ਨਾਲ ਜਾਂ ਕਿਸੇ ਦੇ ਕਹਿਣ ਨਾਲ ਹੋ ਨਹੀਂ ਹੁੰਦਾ ਹੈਗਾ, ਔਰ ਤੁਹਾਨੂੰ ਇਸ ਚੀਜ਼ ਦਾ ਪਤਾ ਹੋਣਾ ਚਾਹੀਦਾ ਹੈਗਾ ਵੀ ਜਿਹੜੀ ਅਮਰੀਕਾ ਹੈਗੀ ਹੈ, ਅਮਰੀਕਨ ਜਿਹੜੀਆਂ ਏਜੰਸੀ ਹੈਗੀਆਂ, ਸਪੈਸ਼ਲੀ CIA ਹੈਗੀ ਹੈ, ਉਹਦੀ ਰਿਪੋਰਟ ਜਿਹੜੀ ਹੈਗੀ ਹੈ ਹਰ ਸਾਲ ਆਉਂਦੀ ਹੈਗੀ ਹੈ। ਆਈ ਥਿੰਕ ਉਹਨਾਂ ਨੂੰ ਸਾਡੇ ਨਾਲੋਂ ਵੀ ਜ਼ਿਆਦਾ ਪਤਾ ਹੈਗਾ ਵੀ ਕਿਹੜੀ ਕਮਿਊਨਿਟੀ ਦੀ ਕੀ ਵਾਇਲੇਸ਼ਨ ਹੋ ਗਈ ਹੈ, ਕਿੱਥੇ ਹਿਊਮਨ ਰਾਈਟਸ ਦੀ ਵਾਇਲੇਸ਼ਨ ਹੋ ਰਹੀ ਹੈ, ਕੀ ਹੋ ਰਹੀ ਹੈ ਜਾਂ ਨਹੀਂ ਹੋ ਰਹੀ ਹੈਗੀ, ਔਰ ਕਿੰਨੀ ਹੋ ਰਹੀ ਹੈਗੀ ਹੈ। ਈਵਨ ਕਿ ਹਿਊਮਨ ਰਾਈਟਸ ਦੀ ਵਾਇਲੇਸ਼ਨ ਤਾਂ ਦੇਖੋ ਸਭ ਤੋਂ ਜ਼ਿਆਦਾ ਅਮਰੀਕਾ ਦੇ ਵਿੱਚ ਵੀ ਹੋਈ ਹੈਗੀ ਹੈ। ਜੈਨੋਸਾਈਡ ਜਿੰਨਾ ਅਮਰੀਕਾ ਦੇ ਵਿੱਚ ਹੋਇਆ ਹੈਗਾ, ਜਾਂ ਕੈਨੇਡਾ ਦੇ ਵਿੱਚ ਹੋਇਆ ਹੈਗਾ, ਜਾਂ ਆਸਟ੍ਰੇਲੀਆ ਦੇ ਵਿੱਚ ਹੋਇਆ ਹੈਗਾ, ਦੁਨੀਆ 'ਚ ਕਿਤੇ ਵੀ ਨਹੀਂ ਹੋਇਆ ਹੋਣਾ। ਇਹ ਮੈਂ ਤੁਹਾਨੂੰ ਔਨ ਰਿਕਾਰਡ ਗੱਲ ਕਹਿਣਾ ਹੈਗਾ ਜੀ। ਕਈ ਵਾਰੀ ਆਪਾਂ ਕਹਿੰਦੇ ਹੈਗੇ ਵੀ ਉਹ ਦੁੱਧ ਧੋਤੇ ਹੈਗੇ ਨੇ, ਸ਼ਾਇਦ ਸਾਡੇ ਮੁਲਕਾਂ ਦੇ ਵਿੱਚ ਇਦਾਂ ਦਾ ਕੁਝ ਹੋਏਗਾ ਹੈਗਾ ਜਿੰਨਾ ਇਹਦੇ ਜਰਮਨੀ ਦੇ ਵਿੱਚ ਹਿਟਲਰ ਨੇ ਕਰਿਆ ਹੈਗਾ ਸੀ ਜਿਊਜ਼ ਦੇ ਨਾਲ ਨਾ, ਉਸ ਤੋਂ ਵੀ ਜ਼ਿਆਦਾ ਜਿਹੜਾ ਜੈਨੋਸਾਈਡ ਹੋਇਆ ਹੈਗਾ ਕੈਨੇਡਾ ਦੇ ਵਿੱਚ, ਅਮਰੀਕਾ ਦੇ ਵਿੱਚ, ਆਸਟ੍ਰੇਲੀਆ ਦੇ ਵਿੱਚ। ਮੈਂ ਔਨ ਰਿਕਾਰਡ ਤੁਹਾਨੂੰ ਇਹ ਗੱਲ ਦੱਸ ਰਿਹਾ ਹੈਗਾ, ਜਿਹੜੇ 300 ਸਾਲ ਪਹਿਲਾਂ ਜਿਹੜੀ ਅਮਰੀਕਾ ਦੇ ਵਿੱਚ ਉੱਥੇ ਕੋਈ ਵੀ ਗੋਰਾ ਨਹੀਂ ਹੁੰਦਾ ਹੈਗਾ ਸੀਗਾ। ਉੱਥੇ ਤੁਸੀਂ ਦੇਖੋ ਜਿੰਨਾ ਜਿਹੜੇ ਲੋਕਲ ਵਿਸ਼ਨ ਦੇ ਹੈਗੇ ਸੀ, ਰੈਡ ਇੰਡੀਅਨ ਹੈਗੇ ਸੀ, ਉਹਨਾਂ ਦੀ ਕੀ ਸਿਚੁਏਸ਼ਨ ਹੈਗੀ, ਕਿੱਥੇ ਹੈਗੇ ਨੇ। ਕੈਨੇਡਾ ਦੇ ਵਿੱਚ ਦੇਖ ਲਓ, ਕੈਨੇਡੀਅਨ ਗੌਰਮੈਂਟ ਹਾਲੇ ਤੱਕ ਮਾਫੀਆਂ ਮੰਗਦੀ ਫਿਰਦੀ ਹੈਗੀ ਹੈ। ਉੱਥੋਂ ਦੇ ਜਿਹੜੇ ਬੱਚਿਆਂ ਦੀਆਂ ਜਿਹੜੀਆਂ ਕਵਰਾਂ ਹੈਗੀਆਂ ਨੇ ਉਹ ਹੁਣ ਤੱਕ ਉੱਥੋਂ ਲੱਭਦੀਆਂ ਹੈਗੀਆਂ ਨੇ, ਜਾਂ ਉਹ ਇੱਕ ਤਰ੍ਹਾਂ ਦਾ ਜੈਨੋਸਾਈਡ ਵੀ ਹੈਗਾ, ਉਹ ਇੱਕ ਤਰ੍ਹਾਂ ਦੀ ਵਾਇਲੇਸ਼ਨ ਤਾਂ ਉੱਥੇ ਵੀ ਹੋਈ ਹੈਗੀ ਹੈ ਨਾ। ਜੇ ਉੱਥੇ ਜੈਨੋਸਾਈਡ ਹੋਇਆ ਤੇ ਜੇ ਇੱਥੇ ਹੋਇਆ ਉਹਨੂੰ ਜਸਟੀਫਾਈ ਕਰ ਦਿਓ ਤੁਸੀਂ? ਮੈਂ ਕਦੇ ਵੀ ਨਹੀਂ ਕਰਦਾ ਹੈਗਾ। ਮੈਂ ਕਹਿੰਦਾ ਜੋ ਸਿੱਖਾਂ ਦੇ ਨਾਲ ਹੋਇਆ ਹੈਗਾ 1984 ਦੇ ਵਿੱਚ, ਤੁਸੀਂ ਜ਼ਿੰਦਗੀ ਦੇ ਵਿੱਚ ਕਦੇ ਜਿਹੜੇ ਕੋਈ ਭੁੱਲਣ ਦੀ ਕੋਸ਼ਿਸ਼ ਵੀ ਕਰੂਗਾ ਹੈਗਾ, ਮੈਨੂੰ ਕਦੇ ਸਿੱਖ ਨਹੀਂ ਮੰਨੂਗਾ ਹੈਗਾ। 1984 ਸਿੱਖ ਨੂੰ ਕਦੇ ਵੀ ਨਹੀਂ ਭੁੱਲਣਾ ਚਾਹੀਦਾ ਹੈਗਾ। ਔਰ ਜੋ ਸਿੱਖਾਂ ਦੇ ਨਾਲ ਹੋਇਆ ਹੈਗਾ ਉਹ ਇੱਕ ਬਹੁਤ ਮੰਦਭਾਗਾ ਹੈਗਾ ਸੀ, ਨਾ ਭੁੱਲਣ ਹਾਰ ਔਰ ਨਾ ਬਖਸ਼ਣਹਾਰ ਜੀ ਉਹ ਇਨਸੀਡੈਂਟ ਹੈਗਾ ਸੀ ਸਿੱਖਾਂ ਦੇ ਨਾਲ। ਇੱਥੇ ਤੁਹਾਨੂੰ ਲੱਗਦਾ ਕਿ ਸਿੱਖਾਂ ਨੂੰ ਕੋਈ ਖਤਰਾ ਨਹੀਂ ਹੈ? ਮੈਨੂੰ ਕੋਈ ਇੱਦਾਂ ਦਾ ਮੈਨੂੰ ਕੋਈ ਨਹੀਂ ਲੱਗਦਾ ਹੈਗਾ ਵੀ ਸਿੱਖਾਂ ਨੂੰ ਇੱਥੋਂ ਖਤਰਾ ਹੋਵੇ ਹੈਗੇ, ਹਿੰਦੁਸਤਾਨ ਦੇ ਵਿੱਚ ਸਿੱਖਾਂ ਨੂੰ ਕੋਈ ਖਤਰਾ ਹੋਵੇ। ਇੱਕ ਔਰਾ ਬਣਾਇਆ ਜਾ ਰਿਹਾ ਹੈ, ਇੱਕ ਨੈਰੇਟਿਵ ਕ੍ਰੀਏਟ ਕਰਿਆ ਜਾ ਰਿਹਾ ਹੈਗਾ। ਕਿਉਂਕਿ ਮੈਂ ਸਿੱਖਾਂ ਦੀ ਸਿਰਫ ਇਹ ਨਹੀਂ ਹੈਗਾ ਵੀ ਮੈਂ ਸਿਰਫ ਪੰਜਾਬ ਦੇ ਪੁਆਇੰਟ ਆਫ ਵਿਊ ਨਾਲ ਨਹੀਂ ਦੇਖਦਾ ਹੈਗਾ। ਜਦੋਂ ਮੈਂ ਇੱਥੇ ਆਉਣਾ ਹੈਗਾ, ਦੇਖੋ ਮੈਂ ਸਾਰੀਆਂ ਸਟੇਟਾਂ ਦੇ ਜਾਣਾ ਹੈਗਾ। ਹੁਣ ਮੈਂ ਸਾਰੀਆਂ ਸਟੇਟਾਂ ਜਾ ਕੇ ਤੁਸੀਂ ਲੋਕਲ ਵੀ ਉੱਥੇ ਸਿੱਖਾਂ ਦੀ ਦੇਖੋ ਹੈਗੇ, ਉਹ ਪੰਜਾਬ ਤੋਂ ਜ਼ਿਆਦਾ ਸਿੱਖ ਜਿਹੜਾ ਹੈਗਾ ਬਾਹਰਲੀਆਂ ਸਟੇਟਾਂ ਦੇ ਵਿੱਚ ਰਹਿੰਦਾ ਹੈਗਾ, ਵਿਦ ਇਨ ਇੰਡੀਆ ਜਿਹੜਾ ਹੈਗਾ, ਠੀਕ ਹੈ ਨਾ। ਉਹਦੇ ਤੁਸੀਂ ਉਹਨਾਂ ਨੂੰ ਵੀ ਜਾ ਕੇ ਪੁੱਛ ਕੇ ਦੇਖ ਲਓ ਹੈਗਾ ਵੀ ਮੈਨੂੰ ਨਹੀਂ ਲੱਗਦਾ ਹੈਗਾ ਪਰਸਨਲੀ। ਜਦੋਂ ਕੌਮ ਦੇ ਜਥੇਦਾਰ ਇਹ ਗੱਲ ਕਹਿਣ ਕਿ ਸਾਡੀ ਆਵਾਜ਼ ਬੰਦ ਕੀਤੀ ਜਾ ਰਹੀ ਹੈ, ਉਦੋਂ ਦੇਖੋ ਕਈ ਵਾਰੀ ਹੋ ਸਕਦਾ ਉਹਨਾਂ ਦੀ ਕੋਈ ਕੰਪਲਸ਼ਨ ਹੋਵੇ ਹੈਗੇ। ਕੰਪਲਸ਼ਨ ਮਤਲਬ ਕੁਝ ਵੀ ਹੋ ਸਕਦਾ ਹੈਗਾ, ਪਰ ਕਿਸੇ ਦੇ ਕਹਿਣ ਦੇ ਨਾਲ ਇਹ ਤਾਂ ਨਹੀਂ ਹੈਗਾ ਰਿਐਲਿਟੀ ਬਦਲ ਜੂਗੀ ਹੈਗੀ। ਤੁਸੀਂ ਵੀ ਇੱਥੇ ਰਹਿੰਦੇ ਹੈਗੇ ਹੋ, ਹੋਰ ਵੀ ਲੋਕੀ ਰਹਿੰਦੇ, ਸਾਡੇ ਵੀ ਪਰਿਵਾਰ ਰਹਿੰਦੇ ਹੈਗੇ ਨੇ, ਸਾਡਾ ਲੋਕਾਂ ਦੇ ਨਾਲ ਇੰਨਾ ਸੰਪਰਕ ਹੁੰਦਾ ਹੈਗਾ। ਇੰਨੇ ਵੀ ਅਸੀਂ ਗੁਲਾਮ ਨਹੀਂ ਹੈਗੇ ਨਾ, ਇੰਨੇ ਵੀ ਦਵਾਏ ਨਹੀਂ ਗਏ ਹੈਗੇ। ਔਰ ਜਿਹੜੇ ਹਿਸਾਬ ਨਾਲ ਸਿੱਖਾਂ ਦੀ ਪ੍ਰੋਗਰੈਸ ਹੋ ਰਹੀ ਹੈਗੀ ਹੈ, ਪੰਜਾਬੀਆਂ ਦੀ ਪ੍ਰੋਗਰੈਸ ਹੋ ਰਹੀ ਹੈਗੀ ਹੈ, ਕਿਹੜੇ ਵੱਡੇ ਅਹੁਦਿਆਂ 'ਤੇ ਬੈਠੇ ਹੈਗੇ ਨੇ, ਇੰਟੈਲੈਕਚੁਅਲ ਬੜੇ ਹੈਗੇ ਨੇ। ਹੁਣ ਤੁਸੀਂ ਇਹ ਦੇਖ ਲਓ, ਸਾਡੇ ਤਾਂ ਸਿੱਖਾਂ ਦੀ ਤੁਸੀਂ ਗੱਲ ਕਰ ਲਓ, ਜਿਹੜੇ ਸਾਡੇ ਐਂਬੈਸਡਰ ਹੈਗੇ ਨੇ, ਹੁਣੀ ਤੁਸੀਂ ਨਾਂ ਲੈ ਕੇ ਹਟੇ ਹੋ, ਤਰਨਜੀਤ ਸਿੰਘ ਸੰਧੂ, ਉਹ ਵੀ ਤਾਂ ਸਿੱਖ ਹੈਗੇ ਨੇ। ਕਾਬਲੀਅਤ ਹੈ ਨਾ, ਸਰਕਾਰਾਂ ਨੇ ਗਿਫਟ ਥੋੜੀ ਦਿੱਤਾ। ਐਗਜ਼ੈਕਟਲੀ, ਕਾਬਲੀਅਤ ਹੈ। ਬਿਲਕੁਲ ਮੈਂ ਕਹਿਣਾ ਹੈਗਾ ਕਾਬਲੀਅਤ ਦੇ ਨਾਲ। ਇਹਦਾ ਮਤਲਬ ਇਹ ਨਹੀਂ ਹੈਗਾ ਵੀ ਉਹਨਾਂ ਦੇ ਨਾਲ ਕੋਈ ਕਿਸੇ ਨਾਲ ਸਿੱਖਾਂ ਦੇ ਨਾਲ ਡਿਸਕ੍ਰਿਮੀਨੇਸ਼ਨ ਹੋ ਰਹੀ ਹੈਗੀ ਹੈ। ਔਰ ਹੋਰ ਕਿੰਨੇ ਤੁਸੀਂ ਕੋਈ ਐਂਬੈਸਡਰ ਦੇਖ ਲਓ, ਡਿਪਲੋਮੈਟ ਦੇਖ ਲਓ ਹੈਗੋ, ਗਵਰਨਰ ਦੇਖ ਲਓ ਹੈਗੋ, ਆਰਮੀ ਚੀਫ ਦੇਖ ਲਓ ਹੈਗੇ, ਈਵਨ ਕਿ ਚੀਫ ਜਸਟਿਸ ਦੇਖ ਲਓ ਹੈਗੋ। ਓਬਵੀਅਸਲੀ ਸਿੱਖਾਂ ਦੇ ਜਿਹੜੀ ਹੈਗੀ ਹੈ, ਸਿੱਖਾਂ ਦੀ ਜਿਹੜੀ ਕੰਟਰੀਬਿਊਸ਼ਨ ਹੈਗੀ ਹੈ ਹਿੰਦੁਸਤਾਨ ਦੇ ਵਿੱਚ ਬਹੁਤ ਜ਼ਿਆਦਾ ਹੈਗੀ ਹੈ, ਉਹਨੂੰ ਕਦੇ ਡਿਨਾਈ ਨਹੀਂ ਕਰਿਆ ਜਾ ਸਕਦਾ। SCPC ਜਥੇਦਾਰ ਜਦੋਂ ਇਹ ਗੱਲ ਕਹਿੰਦੇ ਆ ਕਿ RSS ਪੈਨੀਟ੍ਰੇਟ ਕਰਦੀ ਪਈ ਹੈ ਸਾਡੇ ਰਿਲੀਜਨ ਵਿੱਚ, ਉਦੋਂ ਤੁਹਾਡਾ ਪੁਆਇੰਟ ਆਫ ਵਿਊ ਕੀ ਹੈ? ਨਹੀਂ, ਉਹ ਤਾਂ ਫਿਰ ਤੁਸੀਂ ਆਪਣੇ ਜਥੇਦਾਰ ਸਾਹਿਬ ਨੂੰ ਉਹ ਵੀ ਪੁੱਛ ਲੈਣਾ ਚਾਹੀਦਾ ਹੈਗਾ ਸੀ। ਜਿਹੜੀ ਅਕਾਲੀ ਦਲ ਦੀ ਜਦੋਂ ਅਲਾਈਅੰਸ BJP ਨਾਲ ਹੁੰਦੀ ਹੈਗੀ ਹੈ, BJP ਦੇ ਇੱਕ RSS ਦਾ ਇੱਕ ਪਾਰਟ ਹੈਗਾ, ਉਹ ਤਾਂ ਉਦੋਂ ਵੀ ਪਤਾ ਹੋਣਾ ਚਾਹੀਦਾ ਹੈਗਾ ਸੀ ਉਹਨਾਂ ਨੂੰ। ਉਦੋਂ ਜਦੋਂ ਸਰਕਾਰਾਂ ਬਣਾਉਣੀ ਹੁੰਦੀ ਨੇ, ਉਦੋਂ ਇਦਾਂ ਦੇ ਬਿਆਨ ਨਹੀਂ ਹੁੰਦੇ ਹੈਗੇ। ਇਦਾਂ ਦੇ ਬਿਆਨ ਉਹਦੀ ਆਉਂਦੇ ਹੁੰਦੇ ਹੈਗੇ ਨੇ। ਪੰਥ ਵੀ ਖਤਰੇ 'ਚ ਉਦੋਂ ਆਉਂਦਾ ਹੁੰਦਾ ਹੈਗਾ ਜਦੋਂ ਅਕਾਲੀ ਦਲ ਪਾਵਰ ਤੋਂ ਬਾਹਰ ਆਉਂਦਾ ਹੁੰਦਾ ਹੈਗਾ। ਜਦੋਂ ਉਹ ਪਾਵਰ 'ਚ ਆਉਂਦੇ ਹੈਗੇ ਨੇ, ਸਾਰਾ ਕੁਝ ਠੀਕ ਹੁੰਦਾ ਹੈਗਾ। ਜਿਹੜਾ ਜਥੇਦਾਰ ਸਾਹਿਬ ਕਹਿੰਦੇ ਪੰਜਾਬ ਵਿੱਚ ਜਾਂ ਪੰਜਾਬ ਦੇ ਵਿਰੁੱਧ ਜਾਂ ਸਿੱਖਾਂ ਦੇ ਵਿਰੁੱਧ ਇੱਕ ਬਰਤਾਂਤ ਸਿਰਜਿਆ ਜਾ ਰਿਹਾ, ਉਹ ਬਰਤਾਂਤ ਕੌਣ ਸਿਰਜਦਾ ਪਿਆ? ਦੇਖੋ, ਮੈਂ ਜਥੇਦਾਰ ਸਾਹਿਬ ਇੱਕ ਕੌਮ ਦੇ, ਸਾਡੀ ਇੱਕ ਸਿੱਖ ਕੌਮ ਦੇ ਇੱਕ ਬੜੇ ਸਰਮੌਰ ਹਸਤੀ ਹੈਗੀ ਹੈ। ਮੈਂ ਉਹਨਾਂ ਦੇ ਖਿਲਾਫ ਕਦੇ ਉਹਨਾਂ 'ਤੇ ਕਿੰਤੂ ਪਰੰਤੂ ਵੀ ਨਹੀਂ ਕਰ ਸਕਦਾ, ਔਰ ਨਾ ਹੀ ਮੈਂ ਕਦੇ ਕਰਿਆ ਹੈਗਾ, ਔਰ ਨਾ ਹੀ ਮੈਂ ਕਰੂੰਗਾ। ਪਰ ਉਹ ਕਿਸ ਪੁਆਇੰਟ ਆਫ ਵਿਊ ਨਾਲ ਕਹਿੰਦੇ ਹੈਗੇ ਨੇ, ਜਿੰਨੀ ਦੇਰ ਤੱਕ ਮੈਂ ਉਹਦਾ ਸਾਰੀ ਉਹ ਡੀਟੇਲ ਨਹੀਂ ਮੇਰੇ ਕੋਲੇ ਹੋਊਗੀ, ਬਜਾਏ ਕਿ ਉਹਨਾਂ ਦੇ ਇੱਕ ਕਮੈਂਟ 'ਤੇ ਮੈਂ ਉਹ ਕਮੈਂਟ ਕਰਾਂਗਾ ਹੈਗਾ, ਸ਼ਾਇਦ ਜਾਇਜ਼ ਨਹੀਂ ਹੋਊਗਾ, ਜਸਟੀਫਾਈਬਲ ਨਹੀਂ ਹੋਊਗਾ। ਜਥੇਦਾਰ ਸਾਹਿਬ ਦੀ ਪੋਲੀਟੀਕਲ ਸਟੇਟਮੈਂਟ ਤਾਂ ਨਹੀਂ ਕਈ ਵਾਰੀ ਦੇਣੀਆਂ ਪੈਂਦੀਆਂ ਉਹਨਾਂ ਨੂੰ। ਤੁਸੀਂ ਪਹਿਲਾਂ ਕੰਪਲਸ਼ਨ ਸ਼ਬਦ ਵਰਤਿਆ, ਕੰਪਲਸ਼ਨ ਕੀ ਉਹਨਾਂ ਨੂੰ? ਕੰਪਲਸ਼ਨ ਦੇਖੋ, ਉਹਨੂੰ ਅੱਜ ਤੱਕ ਜੇ ਦੇਖਿਆ ਜਾਵੇ ਹੈਗੇ, ਜਥੇਦਾਰ ਸਾਹਿਬ ਅੱਜ ਤੱਕ ਵੀ ਉਹ ਕਾਰਜਕਾਰੀ ਜਥੇਦਾਰ ਕਿਉਂ ਹੈਗੇ ਨੇ? ਕਿ ਸਿੱਖ ਕੌਮ ਦੇ ਵਿੱਚ ਇੱਕ ਅਸੀਂ ਜਥੇਦਾਰ, ਸਾਡੇ ਫੁੱਲ ਫਲੈਜ ਜਿਹੜੇ ਜਥੇਦਾਰ ਕਿਉਂ ਨਹੀਂ ਹੋ ਸਕਦੇ ਹੈਗੇ? ਉਹ ਕਾਰਜਕਾਰੀ ਕਿਉਂ ਹੈਗੇ ਨੇ?
ਜੇ ਸਾਡੇ ਉਹ ਜਥੇਦਾਰੀ ਕਾਰਜਕਾਰੀ ਹੈਗੇ ਨੇ ਉਹਨਾਂ ਨੂੰ ਉੱਥੇ ਉਸ ਪੋਜੀਸ਼ਨ ਤੇ ਕੌਣ ਬਿਠਾਉਂਦਾ ਹੈਗਾ? ਇਹਦਾ ਮਤਲਬ ਪਿੱਛੋਂ ਉਹਨਾਂ ਨੂੰ ਵੀ ਮੈਨੇਜ ਕਰਿਆ ਜਾ ਸਕਦਾ ਹੈਗਾ। ਜੇ ਸਿੱਖ ਕੌਮ ਦੇ ਵਿੱਚ ਇਹੋ ਜਿਹੇ ਐਫਰਟ ਕਿਉਂ ਨਹੀਂ ਹੋ ਰਹੇ ਹੈਗੇ ਵੀ ਠੀਕ ਹੈ ਸਾਡੀ ਬੜਾ ਵੱਡਾ ਇਲਜ਼ਾਮ ਲਾ ਰਹੇ ਹੋ ਮੈਨੇਜ ਕਰਿਆ ਜਾ ਸਕਦਾ ਹੈ? ਨਹੀਂ, ਦੇਖੋ ਜਿਹੜੀ ਰਿਐਲਿਟੀ ਹੈਗੀ ਹੈ, ਜੇ ਤਾਂ ਮੈਂ ਮੀਡੀਆ ਦੇ ਵਿੱਚ ਜੋ ਨੈਰੇਟਿਵ ਬਣ ਰਿਹਾ ਹੈਗਾ ਉਹਦੇ ਵਿੱਚ ਮੈਂ ਨਹੀਂ ਉਹ ਕਹਿ ਰਿਹਾ ਹੈਗਾ। ਤੁਸੀਂ ਜਾ ਕੇ ਤੁਸੀਂ ਹੋਰ ਵੀ ਬਥੇਰੀਆਂ ਆਰਗੇਨਾਈਜੇਸ਼ਨ ਹੈਗੀਆਂ ਨੇ। ਹੁਣ ਤੁਸੀਂ ਜਥੇਦਾਰ ਸਾਹਿਬ ਦਾ ਹੁਣ ਦੇਖੋ ਉਹ ਕੋਈ ਜਿਵੇਂ ਪੰਜਾਬ ਦੀ ਸਰਕਾਰ ਦੇ ਇੱਕ ਡੀਜੀਪੀ ਹੁੰਦਾ ਹੈਗਾ, ਹੁਣ ਕਾਰਜਕਾਰੀ ਡੀਜੀਪੀ ਚੱਲ ਰਹੇ ਹੈਗੇ ਨੇ, ਠੀਕ ਹੈ ਨਾ। ਉਹਨਾਂ ਦੇ ਵੀ ਇੱਕ ਮਿਆਦ ਹੋਊਗੀ, ਕੋਈ 2-3 ਮਹੀਨਿਆਂ ਬਾਅਦ ਉਹਨਾਂ ਨੂੰ ਵੀ ਸੈਂਟਰ ਵੱਲੋਂ ਜਿਹੜਾ UPSC ਦਾ ਪੈਨਲ ਬੁਲਾ ਕੇ ਇੱਥੇ ਪਰਮਾਨੈਂਟ ਲਾ ਦੇਣਗੇ ਹੈਗੇ। ਸਾਡੇ ਸਿੱਖ ਕੌਮ ਦੇ ਵਿੱਚ ਇਹੋ ਜਿਹੀ ਕੀ ਘਾਟ ਹੈਗੀ ਹੈ ਕਿ ਉਹ ਜਿਹੜੇ ਗਿਆਨੀ ਜੀ ਜਿਹੜੇ ਜਥੇਦਾਰ ਸਾਹਿਬ ਹੈਗੇ ਨੇ ਉਹ ਕੈਪੇਬਲ ਨਹੀਂ ਹੈਗੇ? NRI ਸਿੱਖਾਂ ਦੇ ਵਿੱਚ ਇਹ ਇਸੇ ਚਰਚਾ ਹੁੰਦੀ ਹੈ? ਬਿਲਕੁਲ ਹੁੰਦੀ ਹੈ ਜੀ, ਬਿਲਕੁਲ ਹੁੰਦੀ ਹੈਗੀ। ਤੁਸੀਂ ਵਰੀਡ ਹੋ ਇਸ ਗੱਲ ਨੂੰ ਲੈ ਕੇ? ਨਹੀਂ, ਕੰਸਰਨ ਹੋਣਾ ਚਾਹੀਦਾ ਹੈਗਾ ਜੀ, ਕੰਸਰਨ ਹੈ ਔਰ ਹੋਣਾ ਚਾਹੀਦਾ ਹੈਗਾ। ਦੇਖੋ ਐਂਡ ਆਫ ਦਾ ਡੇ ਤੁਸੀਂ RSS ਦੀ ਗੱਲ ਕਰੀ ਹੈਗੀ, RSS ਤੇ ਇੱਕ SGPC ਇੱਕ 100 ਸਾਲ ਪੁਰਾਣੀ ਆਰਗੇਨਾਈਜੇਸ਼ਨ ਹੈਗੀ ਨੇ ਔਰ RSS ਨੂੰ ਹਲੇ 2 ਸਾਲ ਤੋਂ ਬਾਅਦ 2025 ਦੇ ਵਿੱਚ 100 ਸਾਲ ਹੋਏਗਾ ਹੈਗਾ। ਤੁਸੀਂ ਇਹ ਕਈ ਵਾਰੀ ਹੁੰਦਾ ਵੀ ਬਜਾਏ ਕਿ ਕਿਸੇ ਭੰਡਣ ਨੂੰ ਤੁਸੀਂ ਉਹਨਾਂ ਦਾ ਵਿਊ ਪੁਆਇੰਟ ਦੇਖ ਲਓ, ਉਹਨਾਂ ਦੀ ਪ੍ਰੋਗਰੈਸ ਦੇਖੋ ਹੈਗੋ, ਬਜਾਏ ਕਿ ਤੁਸੀਂ ਵਿਰੋਧੀਆਂ ਨੂੰ ਤੁਸੀਂ ਉਹ ਕਰੋ ਹੈਗੋ। ਇੱਕ ਸਾਡੇ ਕੋਲੇ SGPC ਹੈਗੀ ਹੈ, ਸਿੱਖਾਂ ਦੀ ਜਿਹੜੀ ਸਰਮੌਰ ਆਰਗੇਨਾਈਜੇਸ਼ਨ ਹੈਗੀ SGPC ਹੈਗੀ ਹੈ। SGPC ਦੀ ਕੰਟਰੀਬਿਊਸ਼ਨ, SGPC ਨੇ ਕਿੰਨੇ ਓਬਵੀਅਸਲੀ ਬਹੁਤ ਚੰਗੇ ਕੰਮ ਕਰੇ ਹੈਗੇ ਨੇ, ਪਰ ਉਹਦੇ ਹਿਸਾਬ ਨਾਲ ਜਿਹੜੀ ਦੂਜੀ ਆਰਗੇਨਾਈਜੇਸ਼ਨ ਹੈਗੀ ਆ ਉਹ ਕਿੱਥੋਂ ਤੋਂ ਕਿੱਥੇ ਪਹੁੰਚ ਗਈ। ਚਲੋ, ਇਹ ਬੜਾ ਇੰਪੋਰਟੈਂਟ ਸਵਾਲ ਹੈ। ਇੱਕ ਛੋਟਾ ਬ੍ਰੇਕ ਤੋਂ ਵਾਪਸ ਆਵਾਂ ਕਿ RSS ਤੇ SGPC ਦੀ ਗੱਲ ਸੁਖੀ ਚਾਲ ਨੇ ਕੀਤੀ ਹੈ। ਵਾਪਸ ਆ ਕੇ ਇਸ ਸਵਾਲ ਤੇ ਚਰਚਾ ਹੋਵੇਗੀ। ਇੱਕ ਵਾਰ ਫਿਰ ਤੁਹਾਡਾ ਸਵਾਗਤ ਕਰਦੇ ਹਾਂ। ਸੁਖੀ ਚਾਲ, ਮੈਨੂੰ ਇਉਂ ਲੱਗਿਆ ਕਿ ਤੁਸੀਂ RSS ਤੇ SGPC ਨੂੰ ਇੱਕ ਟਰੈਕ ਤੇ ਰੱਖਣ ਦੀ ਕੋਸ਼ਿਸ਼ ਵਿੱਚ ਹੋ। ਬਿਲਕੁਲ ਨਹੀਂ, ਮੈਂ ਬਿਲਕੁਲ ਇੱਕ ਟਰੈਕ ਤੇ ਕਿਉਂ ਰੱਖੂੰਗਾ ਹੈਗਾ। ਦੇਖੋ, ਸਿੱਖਾਂ ਦੀ ਜਿਹੜੀ ਸਰਮੌਰ ਆਰਗੇਨਾਈਜੇਸ਼ਨ ਜਿਹੜੀ ਹੈਗੀ ਹੈ SGPC ਹੈਗੀ ਹੈ। ਫॉर योर ਇਨਫੋਰਮੇਸ਼ਨ, ਜੇਕਰ ਮੇਰੀ ਜ਼ਿੰਦਗੀ ਦੇ ਵਿੱਚ ਜਿੰਨਾ SGPC ਦੀ ਕੰਟਰੀਬਿਊਸ਼ਨ ਹੈਗੀ ਹੈ ਮੈਂ ਕਦੇ ਜ਼ਿੰਦਗੀ ਦੇ ਵਿੱਚ ਭੁੱਲ ਨਹੀਂ ਸਕਦਾ ਹੈਗਾ ਔਰ ਨਾ ਮੇਰੇ ਖਾਨਦਾਨ ਮੇਰੀ ਜਨਰੇਸ਼ਨ ਭੁੱਲ ਸਕਦੇ, ਕਿਉਂਕਿ ਮੈਂ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਦੇ ਵਿੱਚ ਪੜ੍ਹਿਆ ਹੋਇਆ ਜਿਹੜੀ ਕਿ SGPC ਦੁਆਰਾ ਰਨ ਕੀਤਾ ਜਾ ਰਿਹਾ ਹੈਗਾ। ਸਰ, SGPC ਬਹੁਤ ਕੁਰਬਾਨੀਆਂ ਦੇ ਕੇ ਇੱਥੋਂ ਤੱਕ ਪਹੁੰਚੀ। ਬਿਲਕੁਲ। ਤੁਸੀਂ ਉਹਨਾਂ ਦੇ 100 ਸਾਲ ਤੇ RSS ਦੇ 100 ਸਾਲ ਨੂੰ ਇੱਕ ਬਰਾਬਰ ਮੰਨਦੇ ਹੋ? ਨਹੀਂ, ਮੈਂ ਬਰਾਬਰ ਨਹੀਂ ਉਹ ਕਰ ਰਿਹਾ ਹੈਗਾ। ਮੈਂ ਕਹਿੰਦਾ ਵੀ ਇਹਦੇ ਵਿੱਚ ਹੋਰ ਵੀ ਆਪਸ਼ਨ ਹੈਗੀ ਹੈ, ਹੋਰ ਵੀ ਬਹੁਤ ਜ਼ਿਆਦਾ ਹਲੇ ਸਕੋਪ ਹੈਗਾ ਇਸ ਚੀਜ਼ ਨੂੰ ਨੈਕਸਟ ਲੈਵਲ ਤੇ ਲੈ ਕੇ ਜਾਣ ਦਾ ਹੈਗਾ। ਜਿੰਨੀ ਪ੍ਰੋਗਰੈਸ, ਜਿੰਨੀ ਸਿੱਖ ਕਮਿਊਨਿਟੀ ਨੇ ਪ੍ਰੋਗਰੈਸ ਬਾਹਰ ਦੇ ਲੋਕਾਂ ਦੇ ਨਾਲ ਬਾਹਰਲੇ ਮੁਲਕਾਂ 'ਚ ਵੀ ਕਰੀ ਹੈਗੀ ਹੈ, ਸਾਡੇ ਦੇ ਵਿੱਚ ਇੱਦਾਂ ਦੀ ਕੀ ਕਮੀ ਹੈਗੀ ਹੈ ਜਿਹੜੇ ਬਾਹਰ ਸਾਡੇ ਉੱਥੇ ਇੰਨੀ ਜ਼ਿਆਦਾ ਉੱਥੇ ਪ੍ਰੋਗਰੈਸ ਹੋ ਰਹੀ ਹੈਗੀ ਹੈ। SGPC ਦੇ ਕੋਲ ਇੱਕ ਚੈਨਲ ਤੱਕ ਨਹੀਂ ਹੈਗਾ। ਨਹੀਂ, ਤੁਸੀਂ ਕਹਿ ਰਹੇ RSS ਪ੍ਰੋਗਰੈਸ ਕਰਦੀ ਪਈ, SGPC ਨਹੀਂ ਕਰ ਪਾ ਰਹੀ। ਨਹੀਂ, ਮੈਂ ਨਹੀਂ ਕਹਿ ਰਿਹਾ ਹੈਗਾ ਵੀ ਪ੍ਰੋਗਰੈਸ ਨਹੀਂ ਹੈ। ਉਹਨਾਂ ਨੇ ਕਿੰਨੀ ਪ੍ਰੋਗਰੈਸ ਕਰੀ ਹੈਗੀ ਹੈ। ਹੁਣ ਦੇਖੋ, ਸਰਕਾਰ ਬਣਾਈ ਬੈਠੇ ਹੈਗੇ ਨੇ। ਹੁਣ ਤੁਹਾਡਾ ਤੁਸੀਂ ਇਹ ਦੇਖ ਲਓ ਪੰਜਾਬ ਦੇ ਵਿੱਚ ਕੀ ਹਾਲਾਤ ਹੈਗੇ ਨੇ। ਇੱਕ ਪਾਸੇ ਆਪਾਂ ਕਹਿੰਦੇ ਹੈਗੇ ਵੀ ਤੁਸੀਂ ਜੇਕਰ ਉਹਨਾਂ ਦੇ ਨਾਲ ਮਿਲ ਕੇ ਤੁਸੀਂ ਸਰਕਾਰ ਬਣਾਈ ਹੋਈ ਹੈਗੀ ਹੈ। ਕਿਹਨਾਂ ਨਾਲ? ਜੇ ਤੁਸੀਂ ਅਕਾਲੀ ਦਲ ਨੇ BJP ਦੇ ਨਾਲ ਮਿਲ ਕੇ ਸਰਕਾਰ ਬਣਾਈ ਹੋਈ ਹੈਗੀ ਹੈ ਨਾ, ਤੇ ਦੂਜੇ ਪਾਸੇ ਤੁਸੀਂ ਦੇਖੋ, ਜੇ ਤੁਸੀਂ ਆਪਾਂ ਕਹਿੰਦੇ ਹੈਗੇ ਕ੍ਰਿਟੀਸਾਈਜ਼ ਕਰਦੇ ਹੈਗੇ ਵੀ ਹਾਂ ਜੀ ਉਹ ਮਾੜੇ ਹੈਗੇ ਨੇ, ਚੰਗੇ ਹੈਗੇ ਨੇ, ਕੁਝ ਵੀ ਹੋਣ, ਉਹਨਾਂ ਦੀ ਆਈਡੀਓਲੋਜੀ ਹੈਗੀ ਹੈ, ਮੈਂ ਉਸ ਚੀਜ਼ ਨਾਲ ਸਹਿਮਤ ਹੋਵਾਂ ਜਾਂ ਨਾ ਹੋਵਾਂ ਹੈਗਾ, ਪਰ ਆਪਾਂ ਹਮੇਸ਼ਾ ਹਰ ਇੱਕ ਗੱਲ ਸਿੱਖਾਂ ਦੀ ਇਹ ਜਾਂ ਪੰਜਾਬੀਆਂ ਦੀ ਕਿਉਂ ਹੋ ਗਈ ਹੈ, ਆਦਤ ਕਿਉਂ ਬਣ ਗਈ ਹੈਗੀ, ਜੇ ਜੋ ਕੁਝ ਹੋ ਰਿਹਾ ਹੈਗਾ ਤੇ RSS ਕਰਾ ਰਹੀ ਹੈਗੀ ਹੈ, ਜੋ ਕੁਝ ਗਲਤ ਹੋ ਰਿਹਾ ਜੀ ਉਹ ਮੋਦੀ ਕਰਵਾ ਰਿਹਾ ਹੈਗਾ। ਇਹ ਨੈਰੇਟਿਵ ਕਿਉਂ ਬਿਲਡ ਅਪ ਕਰ ਰਹੇ ਹੈਗੇ? ਆਪਾਂ ਕਿਉਂ ਸਟੇਟ ਦੇ ਨਾਲ ਅਨਸੈਸਰਲੀ ਕਿਉਂ ਪੰਗਾ ਲੈ ਰਹੇ ਹੈਗੇ ਬਿਨਾਂ ਮਤਲਬ ਤੋਂ? ਕੋਈ ਵਜ੍ਹਾ ਹੋਵੇ ਹੈਗੇ ਜ਼ਰੂਰ ਲਓ ਹੈਗੋ। ਤੁਸੀਂ ਇਹਨਾਂ ਲੀਡਰਾਂ ਨੂੰ ਅਲਰਟ ਕਰ ਰਹੇ ਹੋ ਕਿ ਪੰਗਾ ਨਹੀਂ ਲੈਣਾ ਚਾਹੀਦਾ, ਇਹ ਗੱਲ ਨਹੀਂ ਕਹਿਣੀ ਚਾਹੀਦੀ? ਨਹੀਂ, ਦੇਖੋ ਜਿਹੜਾ ਲੀਡਰ ਹੀ ਹੋਇਆ ਹੈਗਾ ਨਾ ਉਹਨੂੰ ਤੁਸੀਂ ਅਲਰਟ ਨਹੀਂ ਕਰ ਸਕਦੇ ਹੈਗੇ। ਉਹ ਆਪ ਸਿਆਣੇ ਹੁੰਦੇ ਹੈਗੇ ਨੇ, ਉਹ ਗਰਾਊਂਡ ਤੇ ਹੈਗੇ ਨੇ। ਅਸੀਂ ਬਾਹਰੋਂ ਦੇਖ ਕੇ ਰਹਿ ਕੇ ਅਸੀਂ ਇੱਕ ਆਪਣਾ ਵਿਊ ਪੁਆਇੰਟ ਰੱਖ ਸਕਦੇ ਹੈਗੇ ਆ ਔਰ ਸਾਡਾ ਹੱਕ ਬਣਦਾ ਹੈਗਾ ਔਰ ਅਸੀਂ ਰੱਖਦੇ ਆ ਰਹੇ ਹੈਗੇ ਆ, ਅੱਗੇ ਵੀ ਰੱਖਾਂਗੇ। ਤੁਸੀਂ ਇਹ ਕਹਿਣਾ ਚਾਹ ਰਹੇ ਹੋ ਕਿ ਜਿਹੜਾ ਇਹ ਲੀਡਰ ਕਹਿੰਦੇ ਆ ਕਿ ਪੰਜਾਬ ਨਾਲ ਡਿਸਕ੍ਰਿਮੀਨੇਸ਼ਨ ਹੁੰਦੀ ਹੈ, ਸਿੱਖਾਂ ਨਾਲ ਡਿਸਕ੍ਰਿਮੀਨੇਸ਼ਨ ਹੁੰਦੀ ਹੈ, ਉਹ ਗਲਤ ਹੈ? ਨਹੀਂ, ਦੇਖੋ, ਪੰਜਾਬ ਦੇ ਨਾਲ ਕੁਝ ਲੈਵਲ ਦੇ ਉੱਤੇ ਜਿਹੜੀ ਡਿਸਕ੍ਰਿਮੀਨੇਸ਼ਨ ਹੋਈ ਹੈਗੀ ਹੈ ਉਹਦੇ ਉੱਤੇ ਹੱਕ ਬਣਦਾ ਹੈਗਾ ਇਹਨਾਂ ਨੂੰ ਇਸ਼ੂ ਰੇਜ਼ ਕਰਨ ਦਾ ਹੈਗਾ। ਜਿਵੇਂ ਅਨੰਦਪੁਰ ਸਾਹਿਬ ਦਾ ਮਤਾ ਹੈਗਾ ਸੀਗਾ, ਉਹੋ ਜਿਹੀ ਜਿਹੜੀ ਚੀਜ਼ਾਂ ਹੈਗੀਆਂ ਸੀ ਬਿਲਕੁਲ ਉਸ ਚੀਜ਼ ਦੇ ਉੱਤੇ ਬਿਲਕੁਲ ਠੀਕ ਹੈਗਾ ਸੀਗਾ। ਪਰ ਕਈ ਜੇਕਰ ਹੁਣ ਆਪਾਂ ਇਹ ਕਹੀਏ ਹੈਗੇ ਵੀ ਸਿੱਖ ਪੰਜਾਬ ਦੇ ਵਿੱਚ ਗੁਲਾਮ ਹੈਗੇ ਨੇ, ਆਈ ਥਿੰਕ ਉਹ ਗਲਤ ਗੱਲ ਹੈਗੀ ਹੈ। ਸਿੱਖ ਕਦੇ ਵੀ ਗੁਲਾਮ ਨਹੀਂ ਹੋ ਸਕਦਾ ਹੈਗਾ ਔਰ ਇਹ ਇੱਕ ਨੈਰੇਟਿਵ ਵੀ, ਇਹ ਗੱਲ ਵੀ ਕਰਨਾ, ਸੋਚਣਾ ਵੀ ਹੈਗਾ। ਇਹ ਉਹ ਸੋਚਣ ਤੋਂ ਬਾਅਦ ਇੱਕ ਨੈਰੇਟਿਵ ਬਿਲਡਅਪ ਹੋ ਜਾਂਦਾ ਹੈਗਾ, ਉਹ ਨੈਰੇਟਿਵ ਵੀ ਬਹੁਤ ਗਲਤ ਹੈਗਾ। ਇਹਨੂੰ ਇਹ ਅਨਐਕਸੈਪਟੇਬਲ ਹੈਗਾ। ਅੱਛਾ, ਤੇ ਜਿਹੜਾ ਇਹ ਗੱਲ ਕਹਿੰਦੇ ਆ ਕਿ ਵੀਰ ਬਾਲ ਦਿਵਸ ਸਾਨੂੰ ਕਿਉਂ ਦੇਤਾ, ਉਹ ਗਲਤ ਸਵਾਲ ਚੁੱਕਦੇ ਪਏ? ਦੇਖੋ, ਕਈ ਚੀਜ਼ਾਂ ਹੁੰਦੀਆਂ ਹੈਗੀਆਂ ਨੇ, ਕਈ ਲੋਕਾਂ ਨੂੰ ਇਹ ਚੀਜ਼ਾਂ ਹਜ਼ਮ ਨਹੀਂ ਹੁੰਦੀਆਂ ਹੈਗੀਆਂ। ਚਲੋ ਠੀਕ ਹੈ, ਉਹਨਾਂ ਨੇ ਉਹਨਾਂ ਨੂੰ ਵੀਰ ਬਾਲ ਦਿਵਸ ਦੇ ਦਿੱਤਾ ਹੈਗਾ, ਠੀਕ ਹੈ,
ਪਰ ਸਾਹਿਬਜ਼ਾਦਿਆਂ ਦੀ ਹਿਸਟਰੀ ਜਿਹੜੀ ਹੈਗੀ ਸੀ ਹੁਣ ਤੱਕ ਜਿਹੜੀ ਹੈਗੀ ਸੀ ਪੰਜਾਬ ਦੇ ਤੱਕ ਲਿਮਟਿਡ ਹੈਗੀ ਸੀ। ਹੁਣ ਹਿੰਦੁਸਤਾਨ ਦੇ ਹਰ ਇੱਕ ਸਕੂਲ ਦੇ ਵਿੱਚ ਪੜ੍ਹਾਈ ਜਾ ਰਹੀ ਹੈਗੀ ਹੈ। ਕੀ ਉਹ ਮਾੜੀ ਗੱਲ ਹੈਗੀ ਹੈ? ਜਦੋਂ ਸਕੂਲ ਦੇ ਵਿੱਚ ਪਹਿਲੀ ਦੂਜੀ ਤੀਜੀ ਕਲਾਸ ਦੇ ਵਿੱਚ ਕੋਈ ਬੱਚਾ ਜਾਂਦਾ ਹੈਗਾ, ਉਹਨਾਂ ਨੂੰ ਸਿੱਖ ਹਿਸਟਰੀ ਬਾਰੇ ਪਤਾ ਚੱਲਦਾ ਹੈ, ਉਹਨਾਂ ਨੂੰ ਸਾਹਿਬਜ਼ਾਦਿਆਂ ਬਾਰੇ ਪਤਾ ਚੱਲਦਾ ਹੈ, ਗੁਰੂ ਗੋਬਿੰਦ ਸਿੰਘ ਬਾਰੇ ਪਤਾ ਚੱਲਦਾ ਹੈ, ਉਹਨਾਂ ਦੀ ਕੰਟਰੀਬਿਊਸ਼ਨ ਬਾਰੇ ਪਤਾ ਚੱਲਦਾ ਹੈ, ਚਾਹੇ ਉਹ ਤਾਮਿਲਨਾਡੂ 'ਚ ਰਹਿੰਦਾ ਹੈਗਾ, ਚਾਹੇ ਕੋਈ ਕੇਰਲਾ 'ਚ ਰਹਿੰਦਾ, ਚਾਹੇ ਕੋਈ ਅਸਾਮ ਦੇ ਵਿੱਚ ਰਹਿੰਦਾ ਹੈਗਾ। ਅੱਜ ਤੱਕ ਪਹਿਲਾਂ ਨਹੀਂ ਹੋਇਆ ਹੈਗਾ ਸੀ। ਜੇਕਰ ਹੁਣ ਹੋ ਰਿਹਾ ਹੈਗਾ, ਉਹਦੇ ਵਿੱਚ ਨੁਕਸਾਨ ਕੀ ਹੈਗਾ? ਮੈਨੂੰ ਆਈ ਫੇਲ ਟੂ ਅੰਡਰਸਟੈਂਡ। ਵੀਰ ਸ਼ਬਦ ਸਾਨੂੰ ਇਤਰਾਜ਼ ਹੈ। ਵੀਰ ਸ਼ਬਦ ਕਿਉਂ ਦਿੱਤਾ? ਦੇਖੋ ਜੀ, ਮੈਂ ਇਹਨਾਂ ਛੋਟੀਆਂ ਗੱਲਾਂ ਦੇ ਵਿੱਚ ਮੈਂ ਇਸ ਚੀਜ਼ ਦੇ ਉੱਤੇ ਉਹ ਕੁਝ ਨਹੀਂ ਕਰ ਸਕਦਾ। ਪਰ ਜੇ ਤੁਸੀਂ ਇਫ ਯੂ ਰੀਲੀ ਟੇਕ ਅ ਲੁੱਕ ਔਨ ਦਾ ਬਿਗਰ ਪਿਕਚਰ, ਪਰ ਉਹ ਦੇਖੋ, ਜੇਕਰ ਸਿੱਖਾਂ ਦੀ ਸਿੱਖੀ ਜਿਹੜੀ ਹੈਗੀ ਹੈ ਉਹਦੇ ਵਾਸਤੇ ਕੋਈ ਐਫਰਟ ਕਰ ਰਿਹਾ ਹੈਗਾ, ਇਹ ਨਹੀਂ ਹੈਗਾ ਵੀ ਤੁਹਾਨੂੰ ਕੋਈ ਉੱਥੋਂ ਖੋਹ ਕੇ ਲੈ ਕੇ ਜਾ ਰਿਹਾ ਹੈਗਾ। ਉਹ ਤੁਹਾਨੂੰ ਤੁਹਾਡੀ ਸਿੱਖੀ ਨੂੰ ਬਿਲਕੁਲ ਲੋਕਾਂ ਦੇ ਵਿੱਚ ਪਬਲਿਕ ਡੋਮੇਨ ਦੇ ਵਿੱਚ ਲੈ ਕੇ ਜਾ ਰਹੇ ਹੈਗੇ ਨੇ, ਜਿਹੜੇ ਲੋਕਾਂ ਨੂੰ ਪਤਾ ਤੱਕ ਨਹੀਂ ਹੈਗਾ ਸੀਗਾ। ਸਾਡੀ ਜਿਹੜੀ ਸਿੱਖਾਂ ਦੀ ਆਇਡੈਂਟੀਟੀ ਹੈਗੀ ਹੈ, ਚਲੋ ਈਵਨ ਕਿ ਹਿੰਦੁਸਤਾਨ ਦੇ ਬਾਕੀ ਹਿੱਸਿਆਂ ਦੇ ਵਿੱਚ ਵੀ ਹੈਗੀ ਹੈ, ਲੋਕਾਂ ਨੂੰ ਪਤਾ ਚੱਲਣੀ ਚਾਹੀਦੀ ਹੈ ਸਾਡੀ ਹਿਸਟਰੀ। ਤੁਸੀਂ ਇਹ ਕਹਿਣਾ ਚਾਹ ਰਹੇ ਹੋ ਕਿ ਮਿਸਟਰ ਮੋਦੀ ਨੇ ਬਹੁਤ ਚੰਗਾ ਕੰਮ ਕੀਤਾ, ਸਿੱਖਾਂ ਦੀ ਹਿਸਟਰੀ ਬਾਰੇ ਦੱਸਿਆ, ਇਹ ਅਨਨੈਸੈਸਰੀ ਇਸ਼ੂ ਬਣਾ ਰਿਹਾ? ਹਾਂਜੀ ਹਾਂ, ਮੈਨੂੰ ਲੱਗਦਾ ਹੈਗਾ ਵੀ ਇਹ ਹੋ ਸਕਦਾ ਹੈਗਾ, ਪਰ ਕਈ ਵਾਰੀ ਹੁੰਦਾ ਹੈਗਾ ਵੀ ਹੋ ਸਕਦਾ ਵੀ ਮੈਨੂੰ ਇਸ ਚੀਜ਼ ਦੀ ਇੰਨੀ ਸੂਝ ਨਾ ਹੋਵੇ ਹੈਗੇ ਵੀ ਉਹ ਉਹਨਾਂ ਦਾ ਇਸ਼ੂ ਕਿਉਂ ਬਣਾ ਰਹੇ ਹੈਗੇ ਨੇ। ਆਈ ਫੇਲ ਟੂ ਅੰਡਰਸਟੈਂਡ, ਬਟ ਮੈਨੂੰ ਇਸ ਚੀਜ਼ ਦੀ ਬਿਲਕੁਲ ਖੁਸ਼ੀ ਹੈਗੀ ਹੈ ਵੀ ਪ੍ਰਧਾਨ ਮੰਤਰੀ ਮੋਦੀ ਨੇ ਜਿਹੜਾ ਇਹ ਐਫਰਟ ਕਰਿਆ ਹੈਗਾ ਹੈ, ਜਿਹੜਾ ਕਿ ਸਕੂਲਾਂ ਦੇ ਵਿੱਚ, ਸਪੈਸ਼ਲੀ ਪ੍ਰਾਇਮਰੀ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਸਿੱਖਾਂ ਦੇ ਬਾਰੇ, ਸਿੱਖੀ ਦੇ ਬਾਰੇ, ਉਹਨਾਂ ਦੀ ਕੰਟਰੀਬਿਊਸ਼ਨ ਬਾਰੇ ਦੱਸਣਾ ਇੱਕ ਬਹੁਤ ਸੋਹਣਾ ਉਪਰਾਲਾ ਹੈਗਾ, ਜਿਹੜਾ ਕਿ ਹਰ ਇੱਕ ਸਿੱਖ ਨੂੰ ਇੱਕ ਜਿਹੜੇ ਪੋਲੀਟੀਕਲ ਆਈਡੀਓਲੋਜੀ ਨੂੰ ਰੱਖ ਕੇ ਹੈਗੇ ਸੋਚ ਕੇ ਉਸ ਚੀਜ਼ ਦੀ ਸ਼ਲਾਘਾ ਕਰਨੀ ਚਾਹੀਦੀ ਹੈਗੀ। ਨਹੀਂ, ਉਹ ਇਹ ਤਰਕ ਜੋ ਦਿੰਦੇ, ਕਹਿੰਦੇ ਵੀ ਵੀਰ ਸ਼ਬਦ ਸਾਨੂੰ ਆਰਐਸਐਸ ਵੱਲੋਂ ਦਿੱਤਾ ਜਾ ਰਿਹਾ। ਦੇਖੋ, ਤਾਂ ਹੋਰ ਵੀ ਬਹੁਤ ਕੁਝ ਕਹਿੰਦੇ ਹੈਗੇ ਸੀਗੇ ਉਹ ਹੁਣ ਤੱਕ। ਜਦੋਂ ਮੈਂ ਜਿਹੜੀ ਗੱਲ ਪਹਿਲਾਂ ਕਹਿ ਕੇ ਹਟੇ ਜੀ, ਜਦੋਂ ਸਰਕਾਰਾਂ ਬਣਾਉਣੀਆਂ ਹੁੰਦੀਆਂ ਹੈਗੀਆਂ ਨੇ, ਉਦੋਂ ਇਹ ਚੀਜ਼ਾਂ ਨਹੀਂ ਆਉਂਦੀਆਂ ਹੈਗੀਆਂ। ਇਹ ਜਦੋਂ ਸਰਕਾਰਾਂ ਦੇ ਵਿੱਚ ਨਹੀਂ ਹੁੰਦੇ ਹੈਗੇ ਆ, ਜਦੋਂ ਜਾਰੀ ਟੁੱਟ ਗਈ ਹੈਗੀ ਨਾ, ਉਦੋਂ ਤਖਤ ਵੀ ਪਟ ਲੈਂਦੇ ਹੈਗੇ ਨੇ, ਫਿਰ ਉਹੀ ਹਾਲ ਹੋ ਰਿਹਾ ਹੈਗਾ। ਸੁਖੀਚਰ, ਮੈਨੂੰ ਇੱਕ ਚੀਜ਼ ਦੱਸੋ, ਤੁਸੀਂ ਪੰਜਾਬ ਨੂੰ ਦੁਨੀਆ ਦੇ ਨਕਸ਼ੇ ਤੇ ਜੇ ਲੈ ਕੇ ਜਾਣਾ ਤਾਂ ਉਹ ਸਿੱਖ ਕੌਮ ਹੀ ਲਿਜਾ ਸਕਦੀ ਹੈ? ਨਹੀਂ ਜੀ, ਗਲਤ ਗੱਲ ਹੈਗੀ ਹੈ। ਨਾ, ਆਈ ਟੋਟਲੀ ਡਿਸਐਗਰੀ ਵਿਦ ਦਿਸ ਵਨ ਜੀ। ਇਹ ਸ਼ਬਦ ਕਦੇ ਯੂਜ਼ ਵੀ ਨਹੀਂ ਕਰਨਾ ਚਾਹੀਦਾ ਹੈਗਾ। ਨਹੀਂ, ਪੰਜਾਬ ਜਿਹੜਾ ਹੈਗਾ ਇਕੱਲੇ ਸਿੱਖਾਂ ਦਾ ਨਹੀਂ ਹੈਗਾ, ਪੰਜਾਬ ਪੰਜਾਬੀਆਂ ਦਾ ਹੈਗਾ। ਪੰਜਾਬ ਦੇ ਵਿੱਚ ਹਿੰਦੂ ਵੀ ਹੈਗੇ ਨੇ, ਉਹ 'ਚ ਸਿੱਖ ਵੀ ਹੈਗੇ ਨੇ, ਉਹਦੇ 'ਚ ਮੁਸਲਮਾਨ ਵੀ ਹੈਗੇ ਨੇ, ਉਹਦੇ ਵਿੱਚ ਹੁਣ ਈਸਾਈ ਵੀ ਹੈਗੇ ਨੇ, ਠੀਕ ਹੈ ਨਾ। ਉਹ ਸਾਰਿਆਂ ਦਾ ਹੈਗਾ। ਜੇਕਰ ਕੋਈ ਬੰਦਾ ਕਹੇਗਾ ਵੀ ਸਿੱਖਾਂ, ਇਹ ਇਕੱਲੇ ਸਿੱਖਾਂ ਦਾ ਨਹੀਂ, ਉਹ ਸ਼ਾਇਦ ਤੁਸੀਂ ਸਿੱਖੀ ਨੂੰ ਵੀ ਡਾਊਨ ਕਰ ਰਹੇ ਹੈਗੇ ਹੋ। ਪੰਜਾਬੀਆਂ ਨੂੰ ਉੱਚਾ ਚੁੱਕਣ ਵਾਸਤੇ, ਪੰਜਾਬ ਨੂੰ ਚੁੱਕਣ ਵਾਸਤੇ ਸਾਰਿਆਂ ਦੀ ਹੈਲਪ ਦੀ ਜ਼ਰੂਰਤ ਹੈਗੀ ਹੈ। ਈਵਨ ਕਿ ਜਿਹੜੀ ਸੈਂਟਰ ਦੀ ਵੀ ਜ਼ਰੂਰਤ ਹੈਗੀ ਹੈ। ਬਾਕੀ ਭਾਈਚਾਰਿਆਂ ਨੂੰ ਨਾਲ ਲੈ ਕੇ ਨਹੀਂ ਚੱਲੋਗੇ ਹੈਗੇ, ਤੁਸੀਂ ਪ੍ਰੋਗਰੈਸ ਨਹੀਂ ਕਰੋਗੇ ਹੈਗੇ। ਔਰ ਪੰਜਾਬ ਦੇ ਵਿੱਚ ਸਭ ਤੋਂ ਵੱਡੀ, ਜਦੋਂ ਮੈਂ ਇੱਥੇ ਆਉਣਾ ਹੈਗਾ, ਜਿਹੜੀ ਮੈਂ ਚੀਜ਼ ਹੁਣ ਵੀ ਉਹ ਨੋਟ ਕਰ ਰਿਹਾ ਹੈਗਾ, ਇਸ ਸਮੇਂ ਦੇ ਵਿੱਚ ਸਭ ਤੋਂ ਜਿਹੜੀ ਅੱਛੀ ਚੀਜ਼ ਹੈਗੀ ਹੈ, ਆਪਸੀ ਭਾਈਚਾਰਾ ਦੇ ਵਿੱਚ ਹਿੰਦੂ, ਸਿੱਖ, ਮੁਸਲਮਾਨਾਂ ਦੇ ਵਿੱਚ ਜੋ ਆਪਸੀ ਭਾਈਚਾਰਾ ਹੈਗਾ, ਉਹਦੀ ਮਿਸਾਲ ਕਿਤੇ ਹੋਰ ਨਹੀਂ ਮਿਲ ਸਕਦੀ। ਤੁਹਾਨੂੰ ਇਹ ਲੱਗਦਾ ਕਿ ਭਾਈਚਾਰਕ ਸਾਂਝ ਇੱਥੇ ਕੋਈ ਕ੍ਰਾਈਸਿਸ ਨਹੀਂ ਹੈ ਪੰਜਾਬ 'ਚ? ਮੈਨੂੰ ਬਿਲਕੁਲ ਨਹੀਂ ਨਜ਼ਰ ਆ ਰਿਹਾ ਜੀ। ਮੈਂ ਪਿੰਡਾਂ ਦੇ ਵਿੱਚ ਪੰਜਾਬ ਉਵੇਂ ਯੂਨਾਈਟ ਲੱਗਦਾ ਤੁਹਾਨੂੰ ਜਿਵੇਂ ਪਹਿਲਾਂ ਸੀ? ਬਿਲਕੁਲ ਜੀ, ਬਿਲਕੁਲ। ਤੇ ਫਿਰ ਇਹ ਸਾਡੇ ਤੇ ਕਿਉਂ ਥੋਪਿਆ ਜਾ ਰਿਹਾ ਕਿ ਪੰਜਾਬ ਵਿੱਚ ਭਾਈਚਾਰਕ ਸਾਂਝ ਹੈ ਜਿਹੜੀ ਉਹ ਟੁੱਟ ਸਕਦੀ ਹੈ ਜੀ? ਫਿਰ ਨਾਲ ਸਾਨੂੰ ਇਹ ਕਿਹਾ ਜਾਂਦਾ ਕਿ ਧਰਮ ਪਰਿਵਰਤਨ ਦਾ ਮੁੱਦਾ, ਉਹ ਸਾਡੇ ਤੇ ਕੌਣ ਥੋਪਦਾ ਪਿਆ ਸਰ? ਦੇਖੋ, ਜਿਹੜੀ ਚੀਜ਼ਾਂ ਜਾਇਜ਼ ਹੈਗੀਆਂ ਨੇ, ਜੋ ਕੁਝ ਹੋ ਰਿਹਾ ਹੈਗਾ, ਕੁਝ ਗੱਲਾਂ ਤਾਂ ਉਹਦੇ ਵਿੱਚ ਜਾਇਜ਼ ਹੁੰਦੀ ਹੈਗੀ ਨੇ, ਪਰ ਜੇ ਆਪਾਂ ਸਾਰਾ ਕਹੀਏ ਵੀ ਉਹ ਸਾਰਾ ਕੁਝ ਐਦਾਂ ਹੋ ਰਿਹਾ ਹੈਗਾ, ਉਹ ਵੀ ਗਲਤ ਹੁੰਦਾ ਹੈਗਾ। ਕੁਝ ਜਿਹੜੇ ਜਿਵੇਂ ਧਰਮ ਪਰਿਵਰਤਨ ਦਾ ਜਿਹੜਾ ਹੈਗਾ, ਜਿਹੜੀ ਉੱਥੇ ਉਹ ਡੈਫੀਨੇਟਲੀ ਉਹ ਇਸ਼ੂ ਹੈਗਾ, ਉਹ ਅੱਜ ਤੱਕ ਕਦੇ ਪੰਜਾਬੀਆਂ ਦੇ ਵਿੱਚ ਨਹੀਂ ਹੋਇਆ ਹੈਗਾ। ਸਾਡੇ ਤੇ ਦੋ ਇਸ਼ੂ ਬਹੁਤ ਵੱਡੇ ਥੋਪੇ ਜਾ ਰਹੇ ਆ, ਇੱਕ ਧਰਮ ਪਰਿਵਰਤਨ ਦਾ ਤੇ ਇੱਕ ਖਾਲਿਸਤਾਨ ਵਾਲਾ। ਹਾਂਜੀ, ਉਹ ਕਿਉਂ ਥੋਪੇ ਜਾ ਰਹੇ? ਦੇਖੋ, ਮੈਂ ਇੱਥੇ ਗਰਾਊਂਡ ਦੇ ਉੱਤੇ ਜਿੰਨੇ ਲੋਕਾਂ ਨਾਲ ਗੱਲ ਕਰ ਰਿਹਾ ਹੈਗਾ, ਉੱਥੇ ਕੋਈ ਖਾਲਿਸਤਾਨ ਨਾਂ ਦੀ ਕੋਈ ਵੀ ਗੱਲ ਨਹੀਂ ਕਰਨ ਵਾਸਤੇ ਕੋਈ ਤਿਆਰ ਹੈਗਾ। ਔਰ ਉਹ ਕਹਿੰਦੇ ਹੈਗੇ ਨੇ ਵੀ ਇਹ ਇੱਕ ਚੀਜ਼ ਕੀ ਹੈਗੀ ਹੈ, ਨਾ ਕਿਸੇ ਨੂੰ ਖਾਲਿਸਤਾਨ ਚਾਹੀਦਾ ਹੈਗਾ। ਖਾਲਿਸਤਾਨ ਦਾ ਪਾਇਆ ਜਾ ਰਿਹਾ। ਉਹ ਦੇਖੋ, ਖਾਲਿਸਤਾਨ ਦਾ ਰੌਲਾ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਜ਼ਿਆਦਾ ਪੈ ਰਿਹਾ ਹੈਗਾ, ਉਹ ਜਿਹੜਾ ਉਹਦੇ ਵਿੱਚ WhatsApp ਦੇ ਉੱਤੇ ਜ਼ਿਆਦਾ ਖਾਲਿਸਤਾਨ ਬਣ ਰਿਹਾ ਹੈਗਾ, ਪਰ ਗਰਾਊਂਡ ਰਿਐਲਿਟੀ ਨਹੀਂ ਹੈਗੀ। ਪਰ ਜਾਂ ਫਿਰ ਖਾਲਿਸਤਾਨ ਜਿਹੜਾ ਕੁਝ ਲੋਕਾਂ ਦਾ ਧੰਦਾ ਬਾਹਰਲੇ ਮੁਲਕਾਂ ਦੇ ਵਿੱਚ, ਅਮਰੀਕਾ, ਕੈਨੇਡਾ, UK ਦੇ ਵਿੱਚ, ਉੱਥੇ ਕੁਝ ਲੋਕੀ ਜਿਹੜੇ ਹੈਗੇ ਨੇ, ਉਹਨਾਂ ਦਾ ਇੱਕ ਧੰਦਾ ਦੁਕਾਨਦਾਰੀ ਬਣ ਚੁੱਕੀ ਹੈਗੀ। ਉਹ ਦੁਕਾਨਦਾਰੀ ਨੂੰ ਕਾਇਮ ਰੱਖਣ ਦੇ ਲਈ ਔਰ ਦੁਕਾਨਦਾਰੀ ਨੂੰ ਯੂਜ਼ ਕਰਕੇ ਹੈਗੇ ਆਮ ਸਿੱਖਾਂ ਨੂੰ ਡਰਾਉਣ ਦੇ ਲਈ, ਇਹ ਇੱਕ ਬਹੁਤ ਸੋਹਣਾ ਉਹਨਾਂ ਦੇ ਕੋਲ ਵੈਪਨ ਹੈਗਾ ਜੀ, ਟੂਲ ਬਣਾਇਆ ਹੋਇਆ।
ਹਾਂਜੀ ਟੂਲ ਬਣਾਇਆ ਹੋਇਆ ਇਹ ਟੂਲ ਹੈ ਜੀ, ਉਹ ਖਾਲਿਸਤਾਨ ਦਾ ਜਿਹੜਾ ਟੂਲ ਹੈਗਾ ਉਹ ਖਾਲਿਸਤਾਨ ਦੇ ਨਾਂ ਤੇ ਨਾਅਰੇ ਲਾ ਕੇ ਵੀ ਹਾਂ ਜੀ ਜੇ ਤੁਸੀਂ ਮੇਰੀ ਵਿਰੋਧਤਾ ਕਰੋਗੇ ਹੈਗੇ ਮੈਂ ਤਾਂ ਖਾਲਿਸਤਾਨ ਦੀ ਗੱਲ ਕਰਦਾ, ਜੋ ਤੁਸੀਂ ਤਾਂ ਕਰਦੇ ਹੈਗੇ ਹੋ ਮੈਂ ਤੁਹਾਨੂੰ 2 ਮਿੰਟ ਦੇ ਵਿੱਚ ਤੁਹਾਨੂੰ ਉਹ ਚੁੱਪ ਕਰਵਾ ਸਕਦਾ ਹੈਗਾ। ਇਸ ਕਰਕੇ ਉਹ ਜਿਹੜੇ ਬਦਮਾਸ਼ ਲੋਕ ਹੈਗੇ ਨੇ, ਮੈਂ ਉਹਨਾਂ ਨੂੰ ਵਾਰੀ-ਵਾਰੀ ਉਹ ਕਹਿਣਾ ਵੀ ਮੈਂ ਸਾਰੇ ਖਾਲਿਸਤਾਨੀਆਂ ਨੂੰ ਕ੍ਰਿਟੀਸਾਈਜ਼ ਨਹੀਂ ਕਰਦਾ ਹੈਗਾ, ਪਰ ਮੈਂ ਉਹ ਲੋਕੀ ਨੇ ਜਿਹੜੇ ਖਾਲਿਸਤਾਨ ਦੇ ਨਾਂ ਦੇ ਉੱਤੇ ਭੰਨ ਤੋੜ ਕਰਦੇ ਨੇ, ਬਦਮਾਸ਼ੀਆਂ ਕਰਦੇ ਹੈਗੇ ਨੇ, ਉਹਨਾਂ ਦੀ ਵਜ੍ਹਾ ਕਰਕੇ ਸਿੱਖਾਂ ਔਰ ਸਿੱਖੀ ਨੂੰ ਨੁਕਸਾਨ ਹੋ ਰਿਹਾ ਹੈਗਾ ਔਰ ਹੋਏਗਾ। ਇਸ ਚੀਜ਼ ਦੇ ਉੱਤੇ ਜਿਹੜੀ ਇਹਨਾਂ ਨੇ ਭੰਨ ਤੋੜ ਕਰੀ ਹੈਗੀ ਹੈ, ਹੁਣ ਕੋਈ ਵੀ ਬੰਦਾ ਕੋਈ ਵੀ ਕੰਪਨੀ ਹੈਗੀ ਹੈ, ਮੈਂ ਤੁਹਾਨੂੰ ਫੋਰ ਐਗਜ਼ਾਮਪਲ ਦੇ ਦਿੰਦਾ ਹੈਗਾ, ਜੇਕਰ ਕੱਲ੍ਹ ਨੂੰ ਅਮਰੀਕਾ 'ਚੋਂ ਕੋਈ ਬੰਦਾ ਕੋਈ ਉੱਥੇ ਇਨਵੈਸਟਮੈਂਟ ਕਰਨਾ ਚਾਹੁੰਦਾ, ਪੰਜਾਬ ਦੇ ਵਿੱਚ ਕਰਨਾ ਚਾਹੁੰਦਾ, ਉਹ ਕਦੇ ਨਹੀਂ ਕਰੂਗਾ ਹੈਗਾ। ਉਹ ਕਿਹਦੇ ਥਰੂ ਕਰੂਗਾ ਹੈਗਾ? ਲੋਕਲ ਕੌਂਸਲੇਟ ਐਮਬੈਸੀ ਨੂੰ ਜਾ ਕੇ ਪੁੱਛੂਗਾ ਜੀ ਉੱਥੇ ਜਾ ਕੇ ਇਨਵੈਸਟਮੈਂਟ ਕਰਨੀ ਹੈਗੀ ਹੈ ਇਸ ਸਟੇਟ ਦੇ ਵਿੱਚ। ਤੁਹਾਨੂੰ ਕੀ ਲੱਗਦਾ ਉਹ ਕੀ ਉਹਨਾਂ ਦਾ ਓਪੀਨੀਅਨ ਕੀ ਹੋਏਗਾ ਹੈਗਾ? ਉਹ ਅਗਲਾ ਆ ਕੇ ਕਹੂਗਾ ਵੀ ਸਾਡੇ ਦਰਵਾਜ਼ੇ ਇੱਥੇ ਟੁੱਟੀ ਜਾਂਦੇ ਹੈਗੇ ਨੇ, ਤੁਸੀਂ ਜਾ ਕੇ ਉੱਥੇ ਤੁਸੀਂ ਪੰਜਾਬ ਦੇ 'ਚ ਉਹ ਕਰ ਲਓਗੇ ਹੈਗੇ। ਔਰ ਦੂਜੇ ਪਾਸੇ ਇੱਕ ਪਾਸੇ ਪੰਜਾਬ ਸਰਕਾਰ ਵਿਚਾਰੀ ਕੋਸ਼ਿਸ਼ ਕਰ ਰਹੀ ਹੈਗੇ ਵੀ ਬਾਹਰੋਂ ਲਿਆ ਕੇ ਇਨਵੈਸਟਮੈਂਟ ਲੈ ਕੇ ਆਈਏ, ਪਰ ਇੱਦਾਂ ਦਾ ਜਿਹੜਾ ਗੰਦ ਇਹ ਲੋਕੀ ਬਾਹਰ ਪਾ ਰਹੇ ਹੈਗੇ ਨੇ ਉਹ ਪੰਜਾਬ ਔਰ ਪੰਜਾਬੀਆਂ ਦੇ ਲਈ ਬਹੁਤ ਹਾਨੀਕਾਰਕ ਹੈ। ਇੱਕ ਨਾ ਮੈਂ ਇੱਕ ਆਖਰੀ ਸਵਾਲ ਕਰ ਰਿਹਾ, ਇੱਕ ਪੰਜਾਬ 'ਚ ਸ਼ਬਦ ਹੈ ਆਪੇ ਬਣਿਆ ਪ੍ਰਧਾਨ। ਹਾਂਜੀ, ਤੁਸੀਂ ਆਪੇ ਬਣੇ ਐਲਓਪੀ ਹੋ ਤੇ ਇੱਕ ਮਿਆਦ ਹੁੰਦੀ ਹੈ, ਕਿੰਨੇ ਸਾਲ ਰਹੋਗੇ ਐਲਓਪੀ ਖਾਲਿਸਤਾਨ ਦੇ? ਦੇਖੋ ਜਿੰਨੀ ਤੇ ਸਾਡੀ ਐਨਰਜੀ ਹੈਗੀ ਹੈ, ਜਿੰਨੀ ਦੇਖ ਸਾਡੀ ਹਿੰਮਤ ਹੈਗੀ ਹੈ, ਅਸੀਂ ਲੜਾਂਗੇ ਹੈਗੇ। ਔਰ ਲੜਨ ਵਾਸਤੇ ਇਹ ਨਹੀਂ ਹੈਗਾ ਵੀ ਅਸੀਂ ਹਵਾ ਦੇ ਵਿੱਚ ਲੜੀ ਜਾਵਾਂਗੇ, ਐਵੇਂ ਖਾਮਖਾ ਲੋਕਾਂ ਦੇ ਨਾਲ ਪੰਗੇ ਲਈ ਜਾਵਾਂਗੇ, ਨਹੀਂ। ਆਪਣੀ ਜਿਹੜੀ ਹੱਕ ਦੀ ਜਿਹੜੀ ਆਵਾਜ਼ ਹੈਗੀ, ਜਿਹੜੀ ਅੰਦਰੋਂ ਤੁਹਾਡੀ ਆਵਾਜ਼ ਹੈਗੀ ਹੈ, ਉਹਨੂੰ ਬਿਲਕੁਲ ਜਿੰਨੀ ਪ੍ਰਮਾਤਮਾ ਨੇ ਕਿਰਪਾ ਹੈਗੀ ਆਪਾਂ ਉਹਦੇ ਉੱਤੇ ਡਟ ਕੇ। ਕੁੱਲ ਮਿਲਾ ਕੇ ਕਹਾਣੀ ਹੈ ਕਿ ਖਾਲਿਸਤਾਨ ਦਾ ਮੁੱਦਾ ਡਾਊਨ ਨਹੀਂ ਹੋਣ ਦੇਣਾ ਤੁਸੀਂ। ਦੇਖੋ ਖਾਲਿਸਤਾਨ ਦੇ ਮੁੱਦੇ ਦੇ ਉੱਤੇ ਸਿੱਖਾਂ ਦੀ ਐਕਸਪਲਾਇਟੇਸ਼ਨ ਨਹੀਂ ਬਰਦਾਸ਼ਤ ਕਰ ਸਕਦੇ ਹੈਗੇ ਔਰ ਉਸ ਚੀਜ਼ ਦੇ ਉੱਤੇ ਪਹਿਰਾ ਦੇਵਾਂਗੇ, ਠੋਕ ਕੇ ਦੇਵਾਂਗੇ। ਬਹੁਤ ਧੰਨਵਾਦ। ਇਹ ਸਨ ਸੁਖੀ ਚਹਿਲ, ਇਹਨਾਂ ਤੋਂ ਸਵਾਲ ਲਿੱਤੇ ਹੈ, ਜਵਾਬ ਤੁਸੀਂ ਸੁਣੇ ਆ, ਤੁਹਾਡਾ ਫੀਡਬੈਕ ਦਾ ਇੰਤਜ਼ਾਰ ਰਹੂਗਾ ਮੇਰੇ ਬਿਨਾਂ ਕਿਸੇ ਟਿੱਪਣੀ ਦੇ। ਬਹੁਤ ਧੰਨਵਾਦ।